Good morning, everyone. Today we are going to study about kingdom fungi. ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਫੰਗੀ ਹੈ ਕੀ ਚੀਜ਼। ਫੰਗੀ ਹੈ ਮਲਟੀ ਸੈਲੂਲਰ ਯੂਕੈਰੀਓਟਿਕ ਹਾਈਫੇ ਜੋ ਫਿਲਾਮੈਂਟਸ ਹੁੰਦੇ ਆ। ਕਈ ਵਾਰ ਇਹ ਯੂਨੀਸੈਲੂਲਰ ਵੀ ਹੋ ਸਕਦੀ ਹੈ। ਯੂਨੀਸੈਲੂਲਰ ਫੰਗੀ ਦੀ ਐਗਜ਼ਾਮਪਲ ਹੈਗੀ ਹੈ ਈਸਟ। ਹੁਣ ਜੋ ਫਿਲਾਮੈਂਟਸ ਹਾਈਫੇ ਹੁੰਦੇ ਆ ਇਹ ਆਪਸ ਦੇ ਵਿੱਚ ਇੰਟਰਵੋਵ ਕਰਕੇ ਮਾਈਸੀਲੀਆ ਬਣਾ ਦਿੰਦੇ ਆ, ਜਿਹਨੂੰ ਆਪਾਂ ਫੰਗੀ ਕਹਿੰਦੇ ਆ। ਜੋ ਫੰਗੀ ਹੈ ਇਹਦੀ ਆਪਾਂ ਦੋ ਕਲਾਸਿਸ ਦੇ ਵਿੱਚ ਸਟੱਡੀ ਕਰਦੇ ਹਾਂ। ਇੱਕ ਹੁੰਦੀ ਹੈ ਮਿਕਸੋਮਾਈਸੀਟੀਜ਼ ਔਰ ਦੂਸਰੀ ਹੁੰਦੀ ਹੈ ਯੂਮਾਈਸੀਟੀਜ਼। ਜੋ ਮਿਕਸੋਮਾਈਸੀਟੀਜ਼ ਹੈ ਇਹ ਫਾਲਸ ਫੰਗੀ ਦੀ ਕਲਾਸੀਫਿਕੇਸ਼ਨ ਦੇ ਵਿੱਚ ਆ ਜਾਂਦੀ ਹੈ। ਮਿਕਸੋਮਾਈਸੀਟੀਜ਼ ਜੋ ਕਿ ਆਪਾਂ ਕਿੰਗਡਮ ਪ੍ਰੋਟਿਸਟਾ ਦੇ ਅੰਡਰ ਪੜ੍ਹਦੇ ਹਾਂ, ਅਤੇ ਜੋ ਯੂਮਾਈਸੀਟੀਜ਼ ਹੈ ਇਹਦੇ 'ਚ ਆਪਾਂ ਟ੍ਰਿਓ ਫੰਗੀ ਦੇ ਬਾਰੇ ਪੜ੍ਹਦੇ ਹਾਂ। ਯੂਮਾਈਸੀਟੀਜ਼ ਦੇ ਵਿੱਚ ਜੋ ਥੈਲਸ ਹੁੰਦੀ ਹੈ ਉਹ ਯੂਨੀਸੈਲੂਲਰ ਵੀ ਹੋ ਸਕਦੀ ਹੈ, ਮਲਟੀ ਸੈਲੂਲਰ ਵੀ ਹੋ ਸਕਦੀ ਹੈ, ਬਹੁਤ ਵਾਰੀ ਇਹ ਫਿਲਾਮੈਂਟਸ ਵੀ ਹੋ ਸਕਦੀ ਹੈ, ਅਤੇ ਇਸ ਫੰਗੀ ਦੇ ਵਿੱਚ ਸੈੱਲ ਵਾਲ ਵੀ ਪ੍ਰੈਜ਼ੈਂਟ ਹੁੰਦੀ ਹੈ। ਹੁਣ ਅਗਰ ਆਪਾਂ ਗੱਲ ਕਰੀਏ ਯੂਮਾਈਸੀਟੀਜ਼ ਦੀ ਜਾਂ ਟ੍ਰਿਓ ਫੰਗੀ ਦੀ, ਇਹ ਅੱਗੇ ਚਾਰ ਕਲਾਸਿਸ ਦੇ ਵਿੱਚ ਡਿਵਾਈਡ ਹੁੰਦੀ ਹੈ। ਇੱਕ ਹੁੰਦਾ ਇਹਦਾ ਫਾਈਕੋਮਾਈਸੀਟੀਜ਼, ਦੂਸਰੀ ਹੋ ਗਈ ਐਸਕੋਮਾਈਸੀਟੀਜ਼, ਤੀਸਰੀ ਹੋ ਗਈ ਬੈਸੀਡੀਓਮਾਈਸੀਟੀਜ਼ ਐਂਡ ਫੋਰਥ ਵਨ ਇਜ਼ ਡਿਊਟੀਰੋਮਾਈਸੀਟੀਜ਼। ਜੋ ਐਸਕੋਮਾਈਸੀਟੀਜ਼ ਫੰਗੀ ਹੈ ਇਹ ਲੋਅਰ ਫੰਗੀ ਦੀ ਕੈਟਾਗਰੀ ਦੇ ਅੰਡਰ ਆਉਂਦੀ ਹੈ, ਅਤੇ ਜੋ ਬਾਕੀ ਤਿੰਨ ਕਲਾਸਿਸ ਹੈਗੀਆਂ ਫੰਗੀ ਦੀਆਂ, ਐਸਕੋਮਾਈਸੀਟੀਜ਼, ਬੈਸੀਡੀਓਮਾਈਸੀਟੀਜ਼ ਔਰ ਡਿਊਟੀਰੋਮਾਈਸੀਟੀਜ਼, ਇਹ ਹਾਇਰ ਫੰਗੀ ਦੇ ਅੰਡਰ ਆਪਾਂ ਸਟੱਡੀ ਕਰਦੇ ਹਾਂ। So, the branch of science or the branch of biology which deal with the study of a fungi is known as mycology. And अगर मैं गल करा who is the father of mycology, Pierre Antoni Michele is the father of mycology, and Ferris is the considered as Linnaeus of mycology or father of systematic mycology. ਸੋ ਤੁਸੀਂ ਇਹ ਦੋਨੋਂ ਨਾਮ ਜਿਹੜੇ ਹੈਗੇ ਯਾਦ ਰੱਖਣੇ ਆ। ਪਾਇਰ ਐਂਟੋਨੀ ਮਾਈਕੇਲੇ ਇਜ਼ ਦਾ ਫਾਦਰ ਆਫ ਮਾਈਕੋਲੋਜੀ ਐਂਡ ਫਰੇਜ਼ ਜਿਹੜਾ ਹੈਗਾ ਉਹ ਲੀਨੀਅਸ ਹੈ ਮਾਈਕੋਲੋਜੀ ਦਾ, ਜਾਂ ਮੈਂ ਇਹ ਕਹਿ ਸਕਦੀ ਹਾਂ ਜਿਵੇਂ ਕੈਰੋਲਸ ਲੀਨੀਅਸ ਨੇ ਸਿਸਟਮੈਟਿਕ ਨੋਮਨਕਲੇਚਰ ਦਿੱਤਾ ਸੀ, ਉਸੇ ਤਰ੍ਹਾਂ ਫਰੀਜ਼ ਨੇ ਜੋ ਹੈ ਸਿਸਟਮੈਟਿਕ ਸਟੱਡੀ ਜਿਹੜੀ ਮਾਈਕੋਲੋਜੀ ਦੀ ਉਹ ਕੀਤੀ ਹੈ, ਤਾਂ ਉਹਨੂੰ ਆਪਾਂ ਸਿਸਟਮੈਟਿਕ ਫਾਦਰ ਆਫ ਮਾਈਕੋਲੋਜੀ ਬੋਲ ਦਿੰਦੇ ਹਾਂ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਲੋਅਰ ਫੰਗੀ ਤੋਂ। ਆਪਣੀ ਜੋ ਲੋਅਰ ਫੰਗੀ ਹੈ ਉਹ ਹੈਗੀ ਹੈ ਫਾਈਕੋਮਾਈਸੀਟੀਜ਼। ਹੁਣ ਜੋ ਫਾਈਕੋਮਾਈਸੀਟੀਜ਼ ਹੈ, ਹੁਣੇ ਮੈਂ ਤੁਹਾਨੂੰ ਦੱਸਿਆ ਵੀ ਇਹ ਪ੍ਰਿਮਿਟਿਵ ਫੰਗੀ ਹੈ। ਲੋਅਰ ਗਰੁੱਪ ਤਾਂ ਹੈ ਹੀ, ਲੋਅਰ ਗਰੁੱਪ ਐਸੇ ਲਈ ਹੈ ਕਿਉਂਕਿ ਇਹ ਪ੍ਰਿਮਿਟਿਵ ਟਾਈਪ ਹੈ। ਇਹਦੇ ਵਿੱਚ ਇਕੁਐਟਿਕ, ਟੈਰੇਸਟਰੀਅਲ ਅਤੇ ਐਂਫੀਬੀਅਸ ਸਪੀਸੀਜ਼ ਜਿਹੜੇ ਹੈਗੇ ਆਪਾਂ ਨੂੰ ਮਿਲਦੇ ਆ। ਇਹ ਦੋਨਾਂ ਫਾਰਮ ਦੇ ਵਿੱਚ ਮਿਲਦੀ ਹੈ ਆਪਾਂ ਨੂੰ, ਪੈਰਾਸਿਟਿਕ ਐਂਡ ਸੈਪਰੋਫਿਟਿਕ ਫਾਰਮ ਦੇ ਵਿੱਚ। ਅਤੇ ਇਹਦੀ ਜੋ ਮਾਈਸੀਲੀਆ ਹੈ, ਇਹ ਜੋ ਫੀਚਰ ਹੈ ਆਪਾਂ ਨੂੰ ਲਰਨ ਕਰਕੇ ਰੱਖਣਾ ਹੈ ਵੀ ਇਹਦੀ ਜੋ ਮਾਈਸੀਲੀਆ ਦੀ ਟਾਈਪ ਹੈਗੀ ਹੈ ਉਹ ਕਿੱਦਾਂ ਦੀ ਹੈਗੀ ਹੈ। ਇਹ ਸੈਪਟੇਟ ਹੈ, ਮਤਲਬ ਇਹਦੀ ਮਾਈਸੀਲੀਆ ਦੇ ਵਿੱਚ ਸੈਪਟਾ ਨਹੀਂ ਹੈ, ਇਹ ਸਿਨੋਸਿਟਿਕ ਟਾਈਪ ਹੈ। Okay, mycelia is aseptate and cynocytic. This term is very important in this reference. Asexual reproduction ਹੁੰਦਾ ਇਹਨਾਂ ਦੇ ਵਿੱਚ, ਤੇ ਕੀ ਬਣਦੇ ਆ, ਸਪੋਰੰਜੀਓਸਪੋਰ ਬਣਦੇ ਆ ਜਾਂ ਕੀ ਬਣ ਜਾਂਦੇ ਆ, ਕੋਨੀਡੀਆ। ਸੋ ਕੋਨੀਡੀਆ ਜਾਂ ਸਪੋਰੰਜੀਓਸਪੋਰ ਜਿਹੜੇ ਹੈਗੇ ਏਸੈਕਸ਼ੁਅਲ ਪ੍ਰੋਡਕਟ ਹੈਗੇ ਕਿਹਦੇ 'ਚ, ਫਾਈਕੋਮਾਈਸੀਟੀਜ਼ ਫੰਗੀ ਦੇ ਵਿੱਚ। ਸੈਕਸ਼ੁਅਲ ਰਿਪਰੋਡਕਸ਼ਨ ਜੋ ਹੁੰਦਾ ਇਹਨਾਂ ਦੇ ਵਿੱਚ ਉਹ ਆਈਸੋਗੈਮਸ ਜਾਂ ਹੈਟੀਰੋਗੈਮਸ ਦੋਨਾਂ ਫਾਰਮ ਦੇ ਵਿੱਚ ਹੋ ਸਕਦਾ ਹੈ, ਬਟ ਜੋ ਫਰੂਟਿੰਗ ਬੋਡੀ ਹੁੰਦੀ ਹੈ ਫਾਈਕੋਮਾਈਸੀਟੀਜ਼ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਫਰੂਟਿੰਗ ਬੋਡੀ ਜਿਹੜੀ ਹੈਗੀ ਹੈ ਨਹੀਂ ਮਿਲਦੀ ਆਪਾਂ ਨੂੰ ਦੇਖਣ ਦੇ ਲਈ। ਸੋ ਇਹ ਸਾਰੇ ਫੀਚਰ ਜੋ ਮੈਂ ਹੁਣੇ ਤੁਹਾਡੇ ਨਾਲ ਡਿਸਕਸ ਕੀਤੇ ਹੈ ਇਹ ਹੈਗੇ ਜਨਰਲ ਫੀਚਰ ਆਫ ਫਾਈਕੋਮਾਈਸੀਟੀਜ਼। ਹੁਣ ਅਗਰ ਮੈਂ ਗੱਲ ਕਰਾਂ ਕਿਹੜੇ ਕਿਹੜੇ ਇੰਪੋਰਟੈਂਟ ਜਨਰਾ ਹੈ ਜੋ ਆਪਾਂ ਨੂੰ ਫਾਈਕੋਮਾਈਸੀਟੀਜ਼ ਕੈਟਾਗਰੀ ਦੇ ਅੰਦਰ ਦੇਖਣ ਨੂੰ ਮਿਲ ਸਕਦੇ ਆ। ਸੋ ਸਭ ਤੋਂ ਪਹਿਲਾਂ ਜੋ ਆਪਾਂ ਜਨਰਲੀ ਡਿਜ਼ੀਜ਼ ਪੜ੍ਹਦੇ ਹਾਂ, ਪਲਾਜ਼ਮੋ ਪੈਰਾਵਿਟੀਕੋਲਾ, ਇਹ ਜੋ ਸਪੀਸੀਜ਼ ਹੈ ਜਾਂ ਜੋ ਜਨਰਾ ਹੈ ਇਹ ਕਾਜ਼ ਕਰਦਾ ਡਾਊਨੀ ਮਿਲਡਿਊ disease. Vitis is related to grapes. ਸੋ ਜੋ ਪੈਰਾ ਹੈ, ਪੈਰਾ ਵਿਟੀਕੋਲਾ ਜੋ ਹੈ ਇਹ ਕਰਦਾ ਡਾਊਨੀ ਮਿਲਡਿਊ ਡਿਜ਼ੀਜ਼ ਕਿਹਦੇ 'ਚ, ਗ੍ਰੇਪਸ ਦੇ ਵਿੱਚ। ਫਿਰ ਦੂਸਰਾ ਆ ਗਿਆ ਆਪਣੇ ਕੋਲ ਪ੍ਰੀਨੋਸਪੋਰਾ ਡਿਸਟਰਕਟਰ। ਇਹ ਜੋ ਸਪੀਸੀਜ਼ ਹੈ ਫਾਈਕੋਮਾਈਸੀਟੀਜ਼ ਦਾ ਇਹ ਡਾਊਨੀ ਮਿਲਡਿਊ ਕਾਜ਼ ਕਰ ਰਿਹਾ, ਬਟ ਕਿਹਦੇ 'ਚ, ਅਨੀਅਨ ਦੇ ਵਿੱਚ, ਪੀ ਦੇ ਵਿੱਚ ਐਂਡ ਸੀਰੀਅਲਸ, ਕਰੂਸੀਫਰਟਸ ਜਿਹੜੇ ਸਪੀਸੀਜ਼ ਹੈਗੇ ਆ ਪਲਾਂਟ ਕਿੰਗਡਮ ਦੇ ਉਹਨਾਂ ਦੇ ਵਿੱਚ। ਇੱਕ ਆ ਜਾਂਦਾ ਆਪਣੇ ਕੋਲ ਸੈਪਰੋਲੈਗਨੀਆ। ਸੈਪਰੋਲੈਗਨੀਆ ਜਿਹੜਾ ਹੈਗਾ ਇਹਨੂੰ ਵਾਟਰ ਮੋਲਡ ਵੀ ਕਹਿੰਦੇ ਆ, ਤੁਸੀਂ ਇਹਦਾ ਕੋਮਨ ਨਾਮ ਵੀ ਜਿਹੜਾ ਹੈਗਾ ਯਾਦ ਰੱਖਣਾ। ਸੈਪਰੋਲੈਗਨੀਆ ਇਜ਼ commonly known as water mold because it is found on dead insect or plant or any other type of organic matter.
ਵਨ ਸਪੀਸੀਜ਼ ਜਿਹੜਾ ਹੈਗਾ ਆਪਣੇ ਕੋਲੇ ਸੈਪਰੋਲੈਗਨੀਆ ਪੈਰਾਸਿਟਿਕਾ, ਇਹ ਇੱਕ ਪੈਰਾਸਿਟਿਕ ਫਾਰਮ ਦੇ ਵਿੱਚ ਐਗਜ਼ਿਸਟ ਕਰਦਾ ਹੈ। ਅਤੇ ਜੋ ਫਿਸ਼ਿਸ ਹੁੰਦੇ ਆ ਨਾ, ਫਿਸ਼ਿਸ ਉਹਨਾਂ ਦੀਆਂ ਗਿਲਸ 'ਤੇ ਇਹ ਗਰੋ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਹਨਾਂ ਦੇ ਵਿੱਚ ਡਿਜ਼ੀਜ਼ ਕਾਜ਼ ਕਰਦਾ। ਉਸ ਡਿਜ਼ੀਜ਼ ਦਾ ਨਾਮ ਹੈ ਸਾਲਮੋਨ ਡਿਜ਼ੀਜ਼। ਐਂਡ ਦਾ ਇੰਪੋਰਟੈਂਟ ਫੀਚਰ ਆਫ ਦਿਸ ਫੰਗਸ ਇਜ਼ ਡਾਈਪਲੈਨੇਟਿਜ਼ਮ। ਮਤਲਬ ਇਹ ਜਿਹੜੇ ਇਹਦੇ ਜੋ ਜੂ ਸਪੋਰ ਹੈਗੇ ਆ, ਮਤਲਬ ਜੋ ਫਲੈਜੀਲੇਟਡ ਸਪੋਰ ਹੁੰਦੇ ਆ, ਇਹ ਦੋ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ। ਇੱਕ ਪ੍ਰਾਇਮਰੀ ਸਪੋਰ ਅਤੇ ਦੂਸਰਾ ਹੋ ਜਾਂਦਾ ਆਪਣੇ ਕੋਲ ਸੈਕੰਡਰੀ ਸਪੋਰ। ਸੋ ਸੈਪਰੋਲੈਗਨੀਆ ਜੋ ਹੈ ਡਾਈਪਲੈਨੇਟਿਜ਼ਮ ਸ਼ੋ ਕਰਕੇ ਦੋ ਤਰ੍ਹਾਂ ਦੇ ਸਪੋਰ ਬਣਾ ਰਿਹਾ, ਜੂ ਸਪੋਰ ਬਣਾ ਰਿਹਾ। ਮਤਲਬ ਇਹਨਾਂ ਦੇ ਵਿੱਚ ਕੀ ਹੈਗੇ, ਫਲਜ਼ੈਲਾ ਹੋਣਗੇ, ਮੋਟਾਈਲ ਜੂ ਸਪੋਰ ਹੋਣਗੇ। ਸੋ ਇਹ ਸੀਗੇ ਕੁਝ ਇੰਪੋਰਟੈਂਟ ਜੈਨਰਾ ਫਾਈਕੋਮਾਈਸਿਟੀਜ਼ ਦੇ। ਆਪਾਂ ਕੁਝ ਹੋਰ ਜੈਨਰਾ ਦੇ ਬਾਰੇ ਸਟੱਡੀ ਕਰਦੇ ਹਾਂ, ਜਿਵੇਂ ਕਿ ਨੈਕਸਟ ਆ ਗਿਆ ਸਿਨਕਾਈਟਰੀਅਮ ਐਂਡੋਬਾਇਓਟਿਕਮ। ਸਿਨਕਾਈਟਰੀਅਮ ਐਂਡੋਬਾਇਓਟਿਕਮ ਜੋ ਹੈ ਇਹ ਹੋਲੋਕਾਰਪਕ ਫੰਗਸ ਹੈ। ਹੋਲੋਕਾਰਪਸ ਦਾ ਮਤਲਬ ਕੀ ਹੁੰਦਾ? ਹੋਲੋਕਾਰਪਸ ਦਾ ਮਤਲਬ ਹੁੰਦਾ ਉਹ ਫੰਗਸ ਜਿਹਦੀ ਸਾਰੀ ਬਾਡੀ ਰਿਪਰੋਡਕਟਿਵ ਯੂਨਿਟ ਦੇ ਵਿੱਚ ਚੇਂਜ ਹੋ ਜਾਏ। ਤੁਸੀਂ ਡਿਜ਼ੀਜ਼ ਜ਼ਰੂਰ ਯਾਦ ਰੱਖੋਗੇ, ਸਿਨਕਾਈਟਰਮ ਐਂਡੋਬਾਇਓਟਿਕਮ ਕਾਜ਼ ਬਲੈਕ ਵਾਟ ਡਿਜ਼ੀਜ਼ ਆਫ ਪੋਟੈਟੋ। ਮਤਲਬ ਇਹ ਸਾਰੀ ਦੀ ਸਾਰੀ ਫੰਗਸ ਜਿਹੜੀ ਹੈਗੀ ਹੈ, ਇਹਦਾ ਇੱਕ ਸੈੱਲ ਜ਼ਿਆਦਾਤਰ ਇਹ ਯੂਨੀਸੈਲੂਲਰ ਹੁੰਦੀਆਂ ਜੋ ਹੋਲੋਕਾਰਪਿਕ ਫੰਗਸ ਹੁੰਦੀਆਂ। ਇਹ ਪੂਰੇ ਦਾ ਪੂਰਾ ਜੋ ਇਹਦਾ ਸੈੱਲ ਹੈ ਉਹ ਰਿਪਰੋਡਕਟਿਵ ਬਾਡੀ ਦੇ ਵਿੱਚ ਚੇਂਜ ਹੋ ਜਾਂਦਾ। ਇਹਦੀ ਬਾਡੀ ਜੋ ਫੰਗਸ ਦੀ ਰਿਪਰੋਡਕਟਿਵ ਯੂਨਿਟ ਦੇ ਵਿੱਚ ਚੇਂਜ ਹੋ ਜਾਂਦੀ ਹੈ ਅਤੇ ਆਪਦੇ ਵਾਟ ਜਾਂ ਸਪੋਰ ਰਿਲੀਜ਼ ਕਰਨੇ ਸ਼ੁਰੂ ਕਰ ਦਿੰਦੀ ਹੈ। ਜਨਰਲੀ ਇਹ ਡਿਜ਼ੀਜ਼ ਹੁੰਦੀ ਹੈ ਪੋਟੈਟੋ ਦੇ ਵਿੱਚ। ਫਿਰ ਉਸ ਤੋਂ ਬਾਅਦ ਨੈਕਸਟ ਆਪਾਂ ਦੇਖੀਏ ਤਾਂ ਆਪਣੇ ਕੋਲ ਜੋ 5th ਡਿਜ਼ੀਜ਼ ਆ ਜਾਂਦੀ ਹੈ ਫਾਈਕੋਮਾਈਸਿਟੀਜ਼ ਕੈਟਾਗਰੀ ਦੇ ਅੰਡਰ, ਉਹ ਹੈਗੀ ਹੈ ਸਿਸਟੋਪਸ ਕੈਂਡੀਡਸ। ਸਿਸਟੋਪਸ ਕੈਂਡੀਡਸ ਜੋ ਹੈ ਇਹ ਆਪਣੇ ਕਰ ਰਹੀ ਹੈ ਬਲਿਸਰ ਰਸਟ ਇਨ ਕ੍ਰੂਸੀਫਰ ਜਾਂ ਵਾਈਟ ਰਸਟ ਡਿਜ਼ੀਜ਼ ਜੋ ਹੈਗੀ ਹੈ ਕ੍ਰੂਸੀਫਰ ਦੇ ਵਿੱਚ, ਇਹ ਕਾਜ਼ ਕਰਦੀ ਹੈ। ਵਾਈਟ ਕਲਰ ਦੇ ਪੋਸਟਿਊਲ ਜਾਂ ਮੈਂ ਕਹਿ ਦਿਆਂ ਬਲਿਸਰ ਬਣ ਜਾਂਦੇ ਆ ਜੋ ਆਪਣੀ ਮਸਟਰਡ ਫੈਮਿਲੀ ਹੈਗੀ ਹੈ ਜਾਂ ਜੋ ਕ੍ਰੂਸੀਫਰ ਫੈਮਿਲੀ ਹੈਗੀ ਆ ਉਹਦੇ ਲੀਵਸ ਦੇ ਉੱਪਰ, ਠੀਕ ਹੈ ਨਾ। ਐਂਡ ਇਹ ਜੋ ਫੰਗਸ ਹੈ ਸਿਸਟੋਪਸ ਕੈਂਡੀਡਸ, ਇਹਦੇ ਆਪਣੇ ਕੋਲ ਕੁਝ ਇੰਪੋਰਟੈਂਟ ਫੀਚਰ ਜਿਹੜੇ ਹੈਗੇ ਆਪਾਂ ਡਿਸਕਸ ਕਰ ਲੈਂਦੇ ਹਾਂ। ਜੋ ਸਿਸਟੋਪਸ ਕੈਂਡੀਡਸ ਹੁੰਦੀ ਹੈ ਇਹ ਇੰਟਰਾਸੈਲੂਲਰ ਮਾਈਸੀਲੀਅਮ ਹੁੰਦੀ ਹੈ, ਬਾਟਮ ਤੋਂ ਜਿਹੜੀ ਹੈਗੀ ਹੈ ਇਹ ਰਿਮ ਸ਼ੇਪ ਹੁੰਦੀ ਹੈ। ਇਹਦਾ ਜੋ ਇਨੋਕੂਲਮ ਹੁੰਦਾ ਹੈ ਉਹ ਆਪਾਂ ਨੂੰ ਊਸਪੋਰ ਦੇ ਵਿੱਚੋਂ ਮਿਲ ਜਾਂਦਾ ਹੈ। ਮਤਲਬ ਇਹ ਜੋ ਸਿਸਟੋਪਸ ਕੈਂਡੀਡਸ ਦਾ ਜੋ ਸਪਰੇਡਿੰਗ ਵੈਕਟਰ ਹੈ ਉਹ ਊਸਪੋਰ ਹੈ, ਊਸਪੋਰ ਦੇ ਨਾਲ ਇਹ ਫੈਲਦੀ ਹੈ। ਇਹਦੇ 'ਚ ਜੂਸਪੋਰ ਵੀ ਬਣਦੇ ਆ ਅਤੇ ਜੋ ਜੂਸਪੋਰ ਹੈ, ਜੂਸਪੋਰ ਦੇ ਵਿੱਚ ਦੋ ਤਰ੍ਹਾਂ ਦੇ ਫਲਜ਼ੈਲਾ ਹੁੰਦੇ ਆ ਜੋ ਲੇਟਰਲੀ ਇਨਸਰਟਡ ਹੁੰਦੇ ਆ। ਅਤੇ ਇਹਦੇ ਵਿੱਚ ਜੋ ਫਰਟੀਲਾਈਜੇਸ਼ਨ ਹੈ ਗੈਮੀਟੈਂਜਲ ਕੰਟੈਕਟ ਦੇ ਥਰੂ ਹੁੰਦਾ ਹੈ। ਦੋ ਗੈਮੀਟੈਂਜੀਆ ਆਪਸ ਦੇ ਵਿੱਚ ਕੰਟੈਕਟ ਕਰਦੇ ਆ ਅਤੇ ਫਰਟੀਲਾਈਜੇਸ਼ਨ ਸ਼ੋ ਕਰਦੇ ਆ। ਐਂਡ ਦਿਸ ਫੰਗਸ ਪ੍ਰੋਡਿਊਸ ਹਾਈਪਰਟ੍ਰੋਫੀ ਵੇਅਰ ਇੱਥੇ ਹਾਈਪਰਟ੍ਰੋਫੀ ਅਤੇ ਹਾਈਪਰਪਲਾਸੀ ਦੋ ਟਰਮਸ ਆਉਣਗੀਆਂ। ਹਾਈਪਰਟ੍ਰੋਫੀ ਦਾ ਮਤਲਬ ਹੁੰਦਾ ਹੈ ਜੋ ਇਨਫੈਕਟਡ ਸੈੱਲ ਹੈ ਉਹਦਾ ਸਾਈਜ਼ ਇਨਲਾਰਜ ਹੋ ਜਾਣਾ, ਅਤੇ ਹਾਈਪਰਪਲਾਸੀ ਦਾ ਮਤਲਬ ਹੁੰਦਾ ਹੈ ਨੰਬਰ ਆਫ ਸੈੱਲ ਜਿਹੜੇ ਇਨਫੈਕਟਡ ਸੈੱਲ ਹੈਗੇ ਆ ਉਹਨਾਂ ਦਾ ਇੱਕਦਮ ਇਨਕਰੀਜ਼ ਹੋ ਜਾਣਾ। ਸੋ ਇਹ ਦੋ ਟਰਮਸ ਤੁਸੀਂ ਖਿਆਲ ਦੇ ਵਿੱਚ ਰੱਖਣੀਆਂ। ਅਤੇ ਜੋ ਸਿਸਟੋਪਸ ਕੈਂਡੀਡਸ ਹੈ ਇਹ ਆਪਾਂ ਨੂੰ ਹਾਈਪਰਪਲਾਸੀ ਅਤੇ ਹਾਈਪਰਟ੍ਰੋਫੀ ਦੋਨੋਂ ਹੀ ਜਿਹੜੀ ਹੈਗੀ ਹੈ ਇਹ ਕਾਜ਼ ਕਰਦੀ ਹੈ। ਇਸ ਤੋਂ ਇਲਾਵਾ ਜੋ ਇਹਦੇ ਹਾਈਪਰਟ੍ਰੋਫਾਈਡ ਇਨਫਲੋਰੋਸੈਂਸ ਹੁੰਦੀ ਹੈ, ਮਤਲਬ ਇਹ ਜੋ ਡਿਜ਼ੀਜ਼ ਹੈ ਇਨਫਲੋਰੋਸੈਂਸ ਨੂੰ ਵੀ ਜਾ ਕੇ ਇਫੈਕਟ ਕਰਦੀ ਹੈ। ਉਹਦੀ ਜਿਹੜੀ ਗਰੋਥ ਹੈ ਇਨਫਲੋਰੋਸੈਂਸ ਦੀ ਰੋਕ ਦਿੰਦੀ ਹੈ ਅਤੇ ਉਸ ਫਿਨੋਮੀਨਾ ਨੂੰ ਕਹਿ ਦਿੰਦੇ ਆ ਸਟੈਗ ਹੈਡਸ। ਸੋ ਸਟੈਗ ਹੈਡਸ ਜਿਹੜੇ ਹੈਗੇ ਇਹ ਕੌਣ ਬਣਾਉਂਦੀ ਹੈ? ਸਿਸਟੋਪਸ ਕੈਂਡੀਡਸ ਬਣਾਉਂਦੀ ਹੈ। ਸਿਸਟੋਪਸ ਕੈਂਡੀਡਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਪਲਾਜ਼ਮੀਡੀਓਫੋਰਾ ਬ੍ਰੈਸਿਕੀ ਇੱਕ ਪੈਥੋਜਨ ਹੈ ਜੋ ਫਿੰਗਰ ਟੋਏ ਡਿਜ਼ੀਜ਼ ਜਾਂ ਕਲੱਬ ਰੂਟ ਡਿਜ਼ੀਜ਼ ਕਾਜ਼ ਕਰਦਾ ਹੈ। ਅਗੇਨ ਇਟ ਇਜ਼ ਅ ਹੋਲੋਕਾਰਪਿਕ ਫੰਗਸ। ਫਿਰ ਉਸ ਤੋਂ ਬਾਅਦ ਆ ਗਿਆ ਪਾਈਥੀਅਮ ਡੀਬੈਰਿਨਮ। ਜੋ ਪਾਈਥੀਅਮ ਡੀਬੈਰਿਨਮ ਹੈ ਇਹ ਡੈਡਲੀਐਸਟ ਫੰਗਸ ਹੈ ਫਾਈਕੋਮਾਈਸਿਟੀਜ਼ ਦੀ, ਠੀਕ ਹੈ ਨਾ। ਐਂਡ ਦਿਸ ਸਪੀਸੀਜ਼ ਕਾਜ਼ ਡੈਂਪਿੰਗ ਆਫ ਡਿਜ਼ੀਜ਼ ਇਨ ਟੋਬੈਕੋ ਐਂਡ ਚਿਲੇ। ਤਾਂ ਤੁਸੀਂ ਯਾਦ ਰੱਖਣਾ ਪਾਈਥੀਅਮ ਡੀਬੈਰਿਨਮ ਜੋ ਹੈ ਇਹ ਡੈਡਲੀਐਸਟ ਫੰਗਸ ਹੈ ਐਂਡ ਇਟ ਇਜ਼ ਕਾਜ਼ਿੰਗ ਡੈਂਪਿੰਗ ਆਫ ਡਿਜ਼ੀਜ਼ ਇਨ ਟੋਬੈਕੋ ਐਂਡ ਚਿਲੀ ਫੈਮਿਲੀ। ਫਿਰ ਉਸ ਤੋਂ ਇਲਾਵਾ ਅਗਰ ਆਪਾਂ ਦੇਖੀਏ 8th ਨੰਬਰ ਡਿਜ਼ੀਜ਼ ਜੋ ਹੈ ਬਹੁਤ ਕਾਮਨ ਜੋ ਡਿਜ਼ੀਜ਼ ਆ ਰਹੀ ਹੈ ਜੋ ਫਾਈਕੋਮਾਈਸਿਟੀਜ਼ ਡੀਲ ਕਰਦਾ ਜਿਹਦੇ ਨਾਲ, ਉਹ ਹੈਗੀ ਹੈ ਫਾਈਟੋਪਥੋਰਾ ਇਨਫੈਸਟੈਂਸ। ਫਾਈਟੋਪਥੋਰਾ ਇਨਫੈਸਟੈਂਸ ਜੋ ਹੈ ਉਹ ਕੀ ਕਾਜ਼ ਕਰਦਾ? ਲੇਟ ਬਲਾਈਟ ਆਫ ਪੋਟੈਟੋ। ਜੋ ਪੋਟੈਟੋ ਹੈ ਉਹਨੂੰ ਗਲ ਜਾਂਦਾ ਬਿਲਕੁਲ, ਬਲਾਈਟ ਮਤਲਬ ਬਿਲਕੁਲ ਹੀ ਉਹਦਾ ਜੋ ਸੈਲੂਲੋਜ਼ਿਕ ਕੰਟੈਂਟ ਹੈ ਡਿਜ਼ੋਲਵ ਹੋ ਜਾਂਦਾ। ਐਂਡ ਦਿਸ ਫੰਗਸ ਵਾਜ਼ ਰਿਸਪੋਂਸੀਬਲ ਫੋਰ ਆਇਰਿਸ਼ ਫੇਮਾਈਨ। ਕੁਐਸਚਨ ਕੋਈ ਵੀ ਬਣ ਸਕਦਾ ਵੀ ਕਿਹੜੀ ਫੰਗਸ ਹੈ ਜਾਂ ਕਿਹੜੇ ਗਰੁੱਪ ਤੋਂ ਜਿਹੜੀ ਫੰਗਸ ਹੈਗੀ ਹੈ ਉਹ ਆਇਰਿਸ਼ ਫੇਮਾਈਨ ਦੇ ਜੋ 1845 ਟੂ 1847 ਤੱਕ ਰਹੀ ਸੀ ਉਹਦੇ ਲਈ ਰਿਸਪੋਂਸੀਬਲ ਹੈ। ਤਾਂ ਜਿਹੜਾ ਇਹਦਾ ਜੀਨਸ ਹੈ ਜਾਂ ਗਰੁੱਪ ਜਿਹੜਾ ਹੈਗਾ ਉਹ ਫਾਈਕੋਮਾਈਸਿਟੀਜ਼ ਹੈ ਐਂਡ ਦ ਨੇਮ ਆਫ ਕਾਜ਼ਿੰਗ ਫੰਗੀ ਜੋ ਹੈ ਉਹ ਹੈਗੀ ਹੈ ਫਾਈਟੋਪਥੋਰਾ ਇਨਫੈਸਟੈਂਸ। ਸਾਰੀ ਪੋਟੈਟੋ ਦੀ ਜੋ ਉਸ ਲੋਕਲ ਏਰੀਆ ਦੇ ਵਿੱਚ ਜੋ ਵੈਜੀਟੇਸ਼ਨ ਸੀ ਉਹ ਸਾਰੀ ਡਿਸਟਰਬ ਹੋ ਗਈ ਸੀ।
due to this Irish famine or due to this fungi. And the symptom begin with a small black patch with appear at margin and tip of leaflet. ਤਾਂ ਇਹ ਜੋ ਡਿਜ਼ੀਜ਼ ਹੈ ਫਾਈਟੋਪਟੋਰਾ ਇਨਫੈਸਟੈਂਸ, ਇਹਦੇ ਜੋ ਪੈਚ ਹੈ ਪਹਿਲਾਂ ਲੀਫ ਦੇ ਮਾਰਜਨ ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਸਾਰੇ ਜਿਹੜੇ ਬਲੈਕ ਪੈਚਸ ਹੈਗੇ ਆ ਸਾਰੀ ਬਾਡੀ ਸਰਫੇਸ ਤੇ, ਸਾਰੇ ਜੋ ਆਪਣੇ ਟਿਊਬਰ ਹੈ, ਕਿਉਂਕਿ ਪੋਟੈਟੋ ਕੀ ਇੱਕ ਟਿਊਬਰ ਹੈ, ਤਾਂ ਟਿਊਬਰ ਜਿਹੜਾ ਹੈਗਾ ਪੂਰਾ ਟਿਊਬਰ ਜਿਹੜਾ ਹੈਗਾ ਉਹ ਕੀ ਹੋ ਜਾਂਦਾ ਇਹਦੇ ਨਾਲ ਇਨਫੈਕਟਡ ਹੋ ਜਾਂਦਾ ਹੈ। ਹੁਣ ਉਸ ਤੋਂ ਇਲਾਵਾ ਅਗਰ ਮੈਂ ਨੈਕਸਟ ਸਪੀਸੀਜ਼ ਦੀ ਗੱਲ ਕਰਾਂ ਜਾਂ ਜਨਰਾ ਦੀ ਗੱਲ ਕਰਾਂ, ਉਹ ਹੈਗਾ ਮੇਰੇ ਕੋਲ ਸਕਲੈਰੋਸਪੋਰਾ ਗ੍ਰੈਮੀਨੀਕੋਲਾ। ਇਹ ਜੋ ਸਪੀਸੀਜ਼ ਹੈ ਆ ਫੰਗੀ ਦਾ ਸਕਲੈਰੋਸਪੋਰਾ ਗ੍ਰੈਮੀਨੀਕੋਲਾ, ਇਹ ਗ੍ਰੀਨ ਈਅਰ ਡਿਜ਼ੀਜ਼ ਕਾਜ਼ ਕਰਦਾ ਹੈ ਬਾਜਰਾ ਦੇ ਵਿੱਚ, ਠੀਕ ਹੈ ਨਾ। ਇਹਨੂੰ ਪਰਲ ਮਿਲਟ ਵੀ ਕਹਿ ਦਿੰਦੇ ਆ ਬਾਜਰਾ ਨੂੰ। ਐਕਚੁਅਲੀ ਇਟ ਅਟੈਕ ਦਾ ਇਨਫਲੋਰੋਸੈਂਸ, ਅਤੇ ਜੋ ਉਹਦੇ ਜੋ ਉਸ ਪਲਾਂਟ ਦੇ ਜੋ ਲੀਫ ਹੁੰਦੇ ਆ, ਮਤਲਬ ਜੋ ਮਤਲਬ ਇਨਫਲੋਰੋਸੈਂਸ ਆ ਉਸ ਪਲਾਂਟ ਦੀ, ਉਹ ਕਿਹਦੇ 'ਚ ਕਨਵਰਟ ਹੋ ਜਾਂਦੀ ਹੈ, ਬਿਲਕੁਲ ਲੀਫ ਲਾਈਕ ਸਟਰਕਚਰ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਮਤਲਬ ਪੂਰੀ ਇਨਫਲੋਰੋਸੈਂਸ ਹੀ ਖਤਮ ਹੋ ਜਾਂਦੀ ਹੈ, ਠੀਕ ਹੈ ਨਾ। ਉਹਨੂੰ ਵੈਜੀਟੇਟਿਵ ਫਾਰਮ ਦੇ ਵਿੱਚ ਬਣਾ ਦਿੱਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਨੈਕਸਟ ਅਗਰ ਆਪਾਂ ਦੇਖੀਏ ਤਾਂ ਪਿਲੋਬੋਲਸ, ਇਹਨੂੰ ਆਪਾਂ ਕੋਪਰੋਫਿਲਸ ਫੰਗਸ ਵੀ ਕਹਿੰਦੇ ਹਾਂ। ਕੋਪਰੋਫਿਲਸ ਸਟੈਂਡ ਫੋਰ ਵੀ ਇਹ ਜੋ ਡੰਗ ਹੈ ਜਾਂ ਜੋ ਆਪਣੇ ਕੋਲ ਐਨੀਮਲ ਐਕਸਕ੍ਰੀਟਾ ਹੈ ਉਹਦੇ 'ਤੇ ਗਰੋ ਕਰਦੀ ਹੈ। ਤਾਂ ਕੁਐਸਚਨ ਇੱਦਾਂ ਬਣ ਜਾਏਗਾ ਵੀ ਕਿਹੜੀ ਫਾਈਕੋਮਾਈਸਿਟੀਜ਼ ਦੀ ਜੀ ਜਨਰਾ ਹੈ ਜਾਂ ਫੰਗੀ ਹੈ ਜੋ ਕੋਪਰੋਫਿਲਸ ਹੈ। ਤਾਂ ਯੂ ਵਿਲ ਕੀਪ ਦਿਸ ਥਿੰਗ ਇਨ ਯੂਰ ਮਾਈਂਡ ਦੈਟ ਪਾਈਲੋਬੋਲਸ ਇਜ਼ ਦਾ ਸਪੀਸੀਜ਼ ਔਰ ਜਨਰਾ ਆਫ ਫਾਈਕੋਮਾਈਸਿਟੀਜ਼ ਵਿਚ ਇਜ਼ ਕੋਪਰੋਫਿਲਸ ਇਨ ਨੇਚਰ। ਫਿਰ ਉਸ ਤੋਂ ਬਾਅਦ ਆਪਾਂ ਦੂਸਰੀ ਕੈਟੇਗਰੀ ਦੀ ਗੱਲ ਕਰਦੇ ਹਾਂ ਜੋ ਫੰਗਸ ਦੇ ਵਿੱਚ ਹੈਗੀ ਹੈ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਹਾਇਰ ਕੈਟੇਗਰੀ ਦੇ ਵਿੱਚ ਆਪਾਂ ਇਹਨੂੰ ਕਾਊਂਟ ਕਰਾਂਗੇ, ਐਂਡ ਦੈਟ ਇਜ਼ ਐਸਕੋਮਾਈਸਿਟੀਜ਼। ਐਸਕੋਮਾਈਸਿਟੀਜ਼ ਜੋ ਹੁੰਦੇ ਆ ਆਪਣੇ ਕੋਲ, ਐਸਕੋਮਾਈਸਿਟੀਜ਼ ਜੋ ਹੈ ਹਾਇਰ ਫੰਗੀ ਦੇ ਅੰਡਰ ਇਨਕਲੂਡ ਹੁੰਦੀ ਹੈ। ਇਹਦੇ 'ਚ ਟੋਟਲ 15,000 ਸਪੀਸੀਜ਼ ਜਿਹੜੇ ਹੈਗੇ ਆ ਮਿਲਦੇ ਆਪਾਂ ਨੂੰ, ਅਤੇ ਉਹ ਵੀ ਕੀ ਹੈਗੇ ਆ ਮੇਨਲੀ ਟੈਰੇਸਟਰੀਅਲ। ਅਗਰ ਮੈਂ ਗੱਲ ਕਰਾਂ ਇਹਨਾਂ ਦੇ ਮੋਡ ਆਫ ਨਿਊਟ੍ਰੀਸ਼ਨ ਦੀ, ਤਾਂ ਇਹ ਸੈਪਰੋਫਿਟਿਕ ਹੁੰਦੇ ਆ, ਪੈਰਾਸਿਟਿਕ ਫਾਰਮ ਦੋਨਾਂ ਦੇ ਵਿੱਚ ਆਪਾਂ ਨੂੰ ਮਿਲਦੇ ਆ। ਜਨਰਲ ਐਗਜ਼ਾਮਪਲ ਇਹਦੀ ਹੈ ਪਿਜ਼ਾਈਜ਼ਾ, ਐਸਕੋਬੋਲਸ ਐਟਸੈਟਰਾ ग्रो ओनली ऑन डंग एंड आर कॉल्ड कॉप्रोफिलस। तो पिजाइजा और एस्कोबोलस अगेन हमें एस्कोमाइसिटीज़ ਦੇ ਵਿੱਚ ਕੋਪਰੋਫਿਲਸ ਫਾਰਮ ਦੇ ਵਿੱਚ ਮਿਲਣਗੇ। ਅਗਰ ਡਾਇਗਨੋਸਟਿਕ ਕਰੈਕਟਰਿਸਟਿਕ ਆਫ ਐਸਕੋਮਾਈਸਿਟੀਜ਼ ਦੀ ਗੱਲ ਕਰੀਏ ਤਾਂ ਜਿਵੇਂ ਆਪਣੇ ਕੋਲ ਫਾਈਕੋਮਾਈਸਿਟੀ ਸੀਗਾ, ਹਾਈਫਾ ਜੋ ਸੀਗਾ ਇਹ ਸੈਪਟੇਟ ਸੀ। ਐਸਕੋਮਾਈਸਿਟੀਜ਼ ਦੇ ਵਿੱਚ ਜੋ ਹਾਈਫਾ ਹੋਏਗਾ ਉਹ ਸੈਪਟੇਟ ਹੋਏਗਾ ਅਤੇ ਬ੍ਰਾਂਚਡ ਹੋਏਗਾ। ਆਪਾਂ ਨੂੰ ਜੋ ਹੈ ਸਿੰਪਲ ਇੱਥੇ ਪੋਰ ਵੀ ਦੇਖਣ ਨੂੰ ਮਿਲਣਗੇ। ਦੋ ਤਰ੍ਹਾਂ ਦੇ ਸੈਪਟਲ ਪੋਰ ਹੁੰਦੇ ਆ ਬੱਚਿਓ, ਇੱਕ ਤਾਂ ਸਿੰਪਲ ਪੋਰ ਹੁੰਦਾ, ਇੱਕ ਡੋਲੀ ਪੋਰ ਸੈਪਟਮ ਹੁੰਦਾ ਹੈ। ਆਪਾਂ ਇਹਨਾਂ ਦੇ ਬਾਰੇ ਵੀ ਡਿਸਕਸ ਕਰਾਂਗੇ। ਸੋ ਇੱਥੇ ਆਪਾਂ ਨੂੰ ਜੋ ਮਿਲ ਰਿਹਾ ਉਹ ਸਿੰਪਲ ਸੈਪਟਲ ਪੋਰ ਆਪਾਂ ਨੂੰ ਜੋ ਹੈਗਾ ਦੇਖਣ ਨੂੰ ਮਿਲ ਰਿਹਾ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਕੈਟੇਗਰੀ 'ਤੇ ਅਗਰ ਜਾਈਏ ਤਾਂ ਨੈਕਸਟ ਕੈਟੇਗਰੀ ਜੋ ਹੈ ਆਪਣੀ ਉਹ ਰਹੇਗੀ, ਇਹਦੇ ਹੋਰ ਫੀਚਰ ਆਪਾਂ ਦੇਖੀਏ, ਤੁਹਾਨੂੰ ਪਤਾ ਲੱਗ ਗਿਆ ਵੀ ਮਾਈਸੀਲੀਅਮ ਇਹਦਾ ਜੋ ਹੈ ਉਹ ਕੀ ਹੋਏਗਾ, ਮਲਟੀ ਸੈਲੂਲਰ ਹੋਏਗਾ ਔਰ ਸਿਨੋਸਿਟਿਕ ਕੰਡੀਸ਼ਨ ਨਹੀਂ ਮਿਲੇਗੀ ਆਪਾਂ ਨੂੰ ਦੇਖਣ ਦੇ ਵਿੱਚ, ਅਤੇ ਇੱਥੇ ਸਿੰਪਲ ਸੈਪਟਾ ਹੋਣਗੇ ਦੋ ਸੈਲਸ ਦੇ ਵਿਚਕਾਰ। ਅਗਰ ਮੈਂ ਗੱਲ ਕਰਾਂ ਇਹਨਾਂ ਦੇ ਵਿੱਚ ਨਿਊਕਲੀਅਸ ਦੀ ਕੰਡੀਸ਼ਨ ਦੀ, ਤਾਂ ਸੈੱਲ ਜਿਹੜੇ ਹੈਗੇ ਯੂਨੀਨਿਊਕਲੀਏਟ ਹੁੰਦੇ ਆ, ਬਟ ਜਦੋਂ ਰਿਪਰੋਡਕਸ਼ਨ ਕਰਦੇ ਆ ਤਾਂ ਮਲਟੀ ਨਿਊਕਲੀਏਟ ਕੰਡੀਸ਼ਨ ਦੇ ਵਿੱਚ ਜਾਂ ਡਾਈ ਕੈਰੀਓਟਿਕ ਮਾਈਸੀਲੀਅਮ ਦੀ ਫਾਰਮ ਦੇ ਵਿੱਚ ਵੀ ਆਪਾਂ ਨੂੰ ਜਿਹੜੇ ਹੈਗੇ ਆ ਮਿਲ ਸਕਦੇ ਆ। ਡਾਈ ਕੈਰੀਓਟਿਕ, ਡਾਈ ਮਤਲਬ ਦੋ, ਕੈਰੀਓ ਮਤਲਬ ਨਿਊਕਲੀਅਸ, ਤਾਂ ਮਾਈਸੀਲੀਆ ਉਹ ਜਿਹਦੇ 'ਚ ਹਰ ਸੈੱਲ ਦੇ ਵਿੱਚ ਦੋ ਤਰ੍ਹਾਂ ਦੇ ਨਿਊਕਲੀਅਸ ਮਿਲ ਗਏ ਤਾਂ ਆਪਾਂ ਉਹਨੂੰ ਕੀ ਬੋਲਾਂਗੇ, ਡਾਈ ਕੈਰੀਓਟਿਕ ਮਾਈਸੀਲੀਅਮ। ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਏ ਸੈਕਸ਼ੁਅਲ ਰਿਪਰੋਡਕਸ਼ਨ ਦੀ, ਤਾਂ ਇਹਦੇ ਵਿੱਚ ਜੋ ਹੈ ਨੋਨ ਮੋਟਾਈਲ ਐਕਸੋਜੀਨਸ ਸਪੋਰ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕੋਨੀਡੀਆ ਕਿਹਾ ਜਾਂਦਾ ਹੈ, ਕੋਨੀਡੀਆ ਦੇ ਥਰੂ ਇਹਨਾਂ ਦੇ ਵਿੱਚ ਏ ਸੈਕਸ਼ੁਅਲ ਰਿਪਰੋਡਕਸ਼ਨ ਚੱਲਦਾ ਹੈ। ਫਿਰ ਅਗਰ ਮੈਂ ਗੱਲ ਕਰਾਂ ਇਹਦੇ 'ਚ ਜੋ ਮੋਟਾਈਲ ਸੈੱਲ ਹੈ, ਜਿਵੇਂ ਫਾਈਕੋਮਾਈਸਿਟੀਜ਼ ਦੇ ਵਿੱਚ ਤਾਂ ਆਪਾਂ ਨੂੰ ਮੋਟਾਈਲ ਸੈੱਲ ਮਿਲ ਗਏ ਸੀ ਨਾ ਸੈਪਰੋਲੈਗਨੀਆ ਦੇ ਵਿੱਚ, ਬਟ ਇੱਥੇ ਆਪਣੇ ਕੋਲ ਕੋਈ ਕਿਸੇ ਤਰ੍ਹਾਂ ਦਾ ਵੀ ਮੋਟਾਈਲ ਸੈੱਲ ਜਿਹੜਾ ਹੈਗਾ ਆਪਾਂ ਨੂੰ ਅਵੇਲੇਬਲ ਨਹੀਂ ਹੋਏਗਾ। ਅਤੇ ਅਗਰ ਗੱਲ ਕਰੇ ਕੋਈ ਸੈਕਸ਼ੁਅਲ ਸਪੋਰਸ ਦੀ, ਤਾਂ ਇਹਨਾਂ ਦੇ ਵਿੱਚ ਬੰਦੇ ਆ, ਕਿਉਂਕਿ ਇਹ ਫੰਗੀ ਦਾ ਜਾਂ ਇਸ ਗਰੁੱਪ ਦਾ ਕੀ ਨਾਮ ਹੈਗਾ, ਐਸਕੋਮਾਈਸਿਟੀਜ਼। ਤਾਂ ਇੱਥੇ ਜੋ ਸੈਕਸ਼ੁਅਲ ਸਪੋਰ ਬਣਦੇ ਆ ਉਹ ਐਸਕੋਸਪੋਰ ਹੁੰਦੇ ਆ, ਅਤੇ ਕਿਹਦੇ ਵਿੱਚ ਬਣਦੇ ਆ, ਜੋ ਫਰੂਟਿੰਗ ਬੋਡੀ ਹੁੰਦੀ ਹੈ ਉਹਨੂੰ ਬੋਲਦੇ ਆ ਐਸਕਸ। ਐਸਕਸ ਕੀ ਹੁੰਦਾ, ਇੱਦਾਂ ਸੈਕ ਲਾਈਕ ਸਟਰਕਚਰ ਹੁੰਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ। ਐਸਕਸ ਦੇ ਵਿੱਚ ਕੀ ਹੈ, 8 ਐਸਕੋਸਪੋਰ ਜਿਹੜੇ ਹੈਗੇ ਆ ਆਪਦੇ ਆਪ ਨੂੰ ਡਿਫਰੈਂਟ ਟ੍ਰੈਂਡ ਦੇ ਵਿੱਚ ਉਹ ਲੀਨੀਅਰਲੀ ਅਰੇਂਜ ਕਰ ਸਕਦੇ ਆ, ਜਾਂ ਆਪਦੇ ਆਪ ਨੂੰ ਕਿਸੇ ਹੋਰ ਫਾਰਮ ਦੇ ਵਿੱਚ ਜਿਹੜਾ ਹੈਗਾ ਇਹ ਅਰੇਂਜ ਕਰ ਸਕਦੇ ਆ। ਸੋ ਐਸਕਸ ਇਜ਼ ਦਾ ਫਰੂਟਿੰਗ ਬੋਡੀ ਜਿੱਥੇ ਐਸਕੋਸਪੋਰ ਜਿਹੜੇ ਹੈਗੇ ਆ ਅਰੇਂਜ ਹੁੰਦੇ ਆ। ਸੋ ਕਿੰਨੇ ਐਸਕਸ ਬਣਨਗੇ, 8 ਜਾਂ 4 ਬਣ ਸਕਦੇ ਆ। ਐਂਡ ਦਾ ਸਕਾਈ ਗਰੁੱਪ ਟੁਗੈਦਰ ਫॉर्म ਅ ਕੰਪਲੈਕਸ ਫਰੂਟਿੰਗ ਬੋਡੀ ਨੋਨ ਐਸ ਐਸਕੋਕਾਰ, ਐਂਡ ਦਿਸ ਇਜ਼ ਸਰਾਊਂਡਡ ਬਾਈ ਸਟੇਰਾਈਲ ਹਾਈਫਾ ਔਰ ਸਮਟਾਈਮ ਡੈਫੀਨੇਟਿਵ ਵਾਲ ਮੇ ਆਲਸੋ ਬੀ ਪ੍ਰੈਜੈਂਟ ਐਂਡ ਕਾਲਡ ਪੈਰੀਡੀਅਮ। ਅਤੇ ਜੋ ਐਸਕਾ ਹੁੰਦੇ ਹੈ ਜਾਂ ਐਸਕਾਈ ਜਾਂ ਐਸਕੋਕਾਪ ਜੋ ਹੁੰਦੇ ਆ, ਇਹਨਾਂ ਦੇ ਆਸੇ ਪਾਸੇ ਜਿਹੜੇ ਹੈਗੇ ਆ ਆਪਣੇ ਕੋਲ ਪੈਰੀਡੀਅਮ ਟਾਈਪ ਜਿਹੜੇ ਹਾਈਫਾਈ ਹੈਗੇ ਆ ਉਹ ਪ੍ਰੈਜੈਂਟ ਹੁੰਦੇ ਆ, ਜੋ ਇਹਨਾਂ ਨੂੰ ਕੀ ਦਿੰਦੇ ਆ, ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਆ। ਹੁਣ ਅਗਰ ਗੱਲ ਕਰੀਏ ਆਪਾਂ ਐਸਕੋਕਾਪ ਦੀ, ਹੁਣੇ ਮੈਂ ਤੁਹਾਨੂੰ ਦੱਸਿਆ ਵੀ ਇਹ ਫਰੂਟਿੰਗ ਬੋਡੀ ਇਹਦੇ ਵਿੱਚ ਹੁੰਦੀ ਹੈ। ਤਾਂ ਜੋ ਐਸਕੋਮਾਈਸਿਟੀਜ਼ ਹੁੰਦੀ ਹੈ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਕੋਲੇ ਫਰੂਟਿੰਗ ਬੋਡੀ ਹੁੰਦੀ ਹੈ। ਜਿਵੇਂ ਸਭ ਤੋਂ ਪਹਿਲੀ ਜਿਹੜੀ ਫਰੂਟਿੰਗ ਬੋਡੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇੱਥੇ, ਉਹ ਹੈਗੀ ਆਪਣੇ ਕੋਲ
ਐਪੋਥੀਸ਼ੀਅਮ, ਐਪੋਥੀਸ਼ੀਅਮ ਇਜ਼ ਸਟੈਂਡ ਫੋਰ ਕੱਪ ਲਾਈਕ ਸਟਰਕਚਰ, ਐਪੋਥੀਸ਼ੀਆ। ਠੀਕ ਹੈ ਨਾ, ਤਾਂ ਤੁਸੀਂ ਇਹਦੇ ਪਹਿਲਾਂ ਸਪੀਸੀਜ਼ ਯਾਦ ਰੱਖੋਗੇ, ਐਸਕੋਬੋਲਸ ਹੈ, ਪਿਜ਼ਾਈਜ਼ਾ ਹੈ, ਅਰਨਿਊਲਾ ਹੈ। ਇਹਨਾਂ ਦੇ ਵਿੱਚ ਕੀ ਹੈਗਾ, ਸਾਰਾ ਆਪਣੇ ਕੋਲੇ ਕੱਪ ਲਾਈਕ ਜਿਹੜੀ ਫਰੂਟਿੰਗ ਬੋਡੀ ਹੈਗੀ ਉਹ ਪ੍ਰੈਜ਼ੈਂਟ ਹੋਏਗੀ। ਹੇਅਰ ਯੂ ਕੈਨ ਸੀ, ਆਪਣੇ ਕੋਲ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀ ਦੇਖੋ ਆ ਕੱਪ ਲਾਈਕ ਸਟਰਕਚਰ ਬਣੀ ਹੋਈ ਹੈ। ਇਹ ਕੱਪ ਲਾਈਕ ਸਟਰਕਚਰ ਜੋ ਹੈ ਇਹ ਕਿੱਥੋਂ ਬਣੀ ਹੈ ਜਾਂ ਕਿਉਂ ਬਣੀ ਹੈ, ਕਿਉਂਕਿ ਇਹ ਐਪੋਥੀਸ਼ੀਆ ਫਰੂਟਿੰਗ ਬੋਡੀ ਹੈ ਐਂਡ ਦਿਸ ਇਜ਼ ਪ੍ਰੈਜ਼ੈਂਟ ਇਨਸਾਈਡ ਦਾ, ਕਿੱਥੇ ਪਈ ਹੁੰਦੀ ਹੈ ਆਪਣੇ ਕੋਲ ਪਿਜ਼ਾਈਜ਼ਾ ਹੋ ਗਿਆ, ਅਰਨਿਊਲਾ ਹੋ ਗਿਆ। ਦੋ ਫੰਗਸ ਹੈਗੀਆਂ ਜਿਨ੍ਹਾਂ ਦੇ ਵਿੱਚ ਇੱਕ ਕੱਪ ਲਾਈਕ ਐਪੋਥੀਸੀਆ ਜਿਹੜਾ ਹੈਗਾ ਆਪਣੇ ਕੋਲ ਮਿਲ ਜਾਂਦਾ ਹੈ। ਫਰੂਟਿੰਗ ਬਾਡੀ ਕੱਪ ਲਾਈਕ ਹੈਗੀ ਹੈ ਅਤੇ ਸਟਾਕ ਦੇ ਨਾਲ ਇਹ ਗਰਾਊਂਡ ਦੇ ਨਾਲ ਜੁੜੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਫਰੂਟਿੰਗ ਬਾਡੀ ਦੀ, ਤਾਂ ਉਹ ਹੈਗੀ ਹੈ ਪੈਰੀਥੀਸ਼ੀਅਮ। ਪੈਰੀਥੀਸ਼ੀਅਮ ਕੀ ਹੁੰਦਾ ਹੈ, ਇੱਕ ਫਲਾਸਕ, ਪੈਰੀਥੀਸ਼ੀਆ ਮਤਲਬ ਹੁੰਦਾ ਫਲਾਸਕ ਸ਼ੇਪ ਸਟਰਕਚਰ। ਠੀਕ ਹੈ ਨਾ, ਅਤੇ ਪੈਰੀਥੀਸ਼ੀਆ ਜੋ ਹੁੰਦਾ ਇਹਦੀ ਇੱਕ ਓਪਨਿੰਗ ਹੁੰਦੀ ਹੈ, ਉਸ ਓਪਨਿੰਗ ਨੂੰ ਕੀ ਕਿਹਾ ਜਾਂਦਾ, ਓਸਟੀਓਲ ਕਿਹਾ ਜਾਂਦਾ ਹੈ। ਸੋ ਦਿਸ ਇਜ਼ ਓਸਟੀਓਲ। ਓਸਟੀਓਲ ਦੇ ਵਿੱਚ ਕੀ ਹੈ, ਹੇਅਰ ਲਾਈਕ ਸਟਰਕਚਰ ਹੁੰਦੀ ਹੈ ਜਿਨ੍ਹਾਂ ਨੂੰ ਪੈਰੀਫਾਈਸਿਸ ਕਹਿ ਦਿੰਦੇ ਆ। ਅਤੇ ਜੋ ਕੈਨਾਲ ਹੈ ਬਿਲਕੁਲ ਜੋ ਨੈਕ ਬਣਾ ਰਹੀ ਹੈ ਉਹਨੂੰ ਓਸਟੀਓਲਰ ਕੈਨਾਲ ਕਹਿ ਦਿੰਦੇ ਆ। ਫਿਰ ਉਸ ਤੋਂ ਬਾਅਦ ਅਗਰ ਆਪਾਂ ਨੈਕਸਟ ਗੱਲ ਕਰੀਏ, ਨੈਕਸਟ ਜੋ ਹੈ ਅੱਗੇ ਜੋ ਇਹਦੀ ਮਤਲਬ ਫਲਾਸਕ ਸ਼ੇਪ ਸਟਰਕਚਰ ਜੋ ਹੈ, ਉੱਥੇ ਆਪਣੇ ਕੋਲ ਪੈਰੀਥੀਸ਼ੀਅਲ ਹਾਈਫੇ ਮਿਲਣਗੇ, ਪੈਰਾਫਾਈਸਿਸ ਮਿਲਣਗੇ, ਸਟੇਰਾਈਲ ਹਾਈਫੇ, ਐਸਕੋਕਾਰਪ ਮਿਲਣਗੇ ਅਤੇ ਐਸਕਸ ਮਿਲਣਗੇ। ਐਸਕੋਕਾਰਪ ਦੇ ਵਿੱਚ 8-8 ਐਸਕਸ ਹੋਣਗੇ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪੈਰੀਥੀਸ਼ੀਅਮ। ਸੋ ਆਈ ਹੋਪ ਤੁਹਾਨੂੰ ਪੈਰੀਥੀਸ਼ੀਅਮ ਦੀ ਸਟਰਕਚਰ ਵੀ ਕਲੀਅਰ ਹੋਏਗੀ। ਜਿੱਦਾਂ ਆਪਣੇ ਕੋਲ ਐਪੋਥੀਸ਼ੀਅਮ ਜੋ ਹੈ ਪਜ਼ਾਈਜ਼ਾ ਦੇ ਵਿੱਚ ਪ੍ਰੈਜ਼ੈਂਟ ਸੀਗਾ ਜਾਂ ਅਰਨਿਊਲਾ ਦੇ ਵਿੱਚ ਪ੍ਰੈਜ਼ੈਂਟ ਸੀਗਾ, ਜੋ ਪੈਰੀਥੀਸ਼ੀਅਮ ਹੈ ਉਹ ਕਲੈਵੀਸੈਪਸ ਸਪੀਸੀਜ਼ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਫਿਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਫਰੂਟਿੰਗ ਬਾਡੀ ਜੋ ਮਿਲੇਗੀ ਆਪਾਂ ਨੂੰ ਉਹ ਹੋਏਗੀ ਕਲਿਸਟੋਥੀਸ਼ੀਅਮ। ਕੈਲਿਸਟੋ ਵਰਡ ਦਾ ਮਤਲਬ ਹੀ ਕੀ ਹੁੰਦਾ ਹੈ, ਕੋਈ ਕਲੋਜ਼ ਸਟਰਕਚਰ। ਸੋ ਕਲਿਸਟੋਥੀਸ਼ੀਅਮ, ਸੋ ਇਟ ਇਜ਼ ਅ ਕਲੋਜ਼ ਟਾਈਪ ਆਫ ਫਰੂਟਿੰਗ ਬਾਡੀ। ਅਗਰ ਆਪਾਂ ਦੇਖੀਏ ਦਾ ਵਾਲ ਆਫ ਫਰੂਟਿੰਗ ਬਾਡੀ ਇਜ਼ ਕਾਲਡ ਪੈਰੀਡੀਅਮ। ਜੋ ਫਰੂਟਿੰਗ ਬਾਡੀ ਦੀ ਵਾਲ ਹੁੰਦੀ ਹੈ ਬਾਹਰਲੀ ਜਿਹੜੀ ਹੁੰਦੀ ਹੈ ਇਹਨੂੰ ਕਹਿੰਦੇ ਆ ਪੈਰੀਡੀਅਮ। ਫਿਰ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਵਿਚ ਇਜ਼ ਮੇਡ ਅਪ ਆਫ ਲੂਜ਼ਲੀ ਅਰੇਂਜ ਹਾਈਫਾ, ਜਿਵੇਂ ਆਪਾਂ ਨੂੰ ਪੈਨਸਿਲੀਨ ਹੈ, ਪੈਨਸਿਲੀਨੀਅਮ ਔਰ ਆਈ ਕੈਨ ਸੇ ਐਸਪਰਜਿਲਸ ਜਾਂ ਏਰੀਸਿਫੇ। ਇਹਨਾਂ ਦੇ ਵਿੱਚ ਜੋ ਪੈਰੀਡੀਅਮ ਹੈ ਇਹ ਲੂਜ਼ਲੀ ਵੀ ਪੈਕ ਹੋ ਸਕਦੀ ਹੈ, ਇਹ ਟਾਈਟਲੀ ਵੀ ਪੈਕ ਹੋ ਸਕਦੀ ਹੈ। ਤਾਂ ਜੋ ਕਲਿਸਟੋਥੀਸ਼ੀਅਮ ਹੈ ਇਹ ਆਪਾਂ ਨੂੰ ਪੈਨਸਿਲੀਨੀਅਮ, ਐਸਪਰਜਿਲਸ ਅਤੇ ਏਰੀਸਿਫੇ ਦੇ ਵਿੱਚ ਜਿਹੜੀ ਹੈਗੀ ਹੈ ਦੇਖਣ ਨੂੰ ਮਿਲੇਗੀ। ਅਤੇ ਅੰਦਰ ਤੁਹਾਨੂੰ ਪਤਾ ਐਸਕੋਕਾਰਪ ਹੋਏਗਾ। ਹੇਅਰ ਯੂ ਕੈਨ ਸੀ there is the fruiting body that is ascocarp and each ascocarp is consisting of asci ਮਤਲਬ ascospores and ascospore ਦਾ ਨੰਬਰ ਕਿੰਨਾ ਹੋਏਗਾ 4 to 8। ਸੋ ਇਹ ਰਹੀ ਆਪਣੇ ਕੋਲ ਥਰਡ ਟਾਈਪ ਫਰੂਟਿੰਗ ਬਾਡੀ ਦੀ। ਹੁਣ ਅਗਰ ਆਪਾਂ ਗੱਲ ਕਰੀਏ ਇਹਦੇ ਇੰਪੋਰਟੈਂਟ ਜਨਰਾ ਦੀ, ਜੋ ਆਪਾਂ ਨੇ ਕੀਤਾ ਹੈ ਐਸਕੋਮਾਈਸਿਟੀਜ਼, ਇਹਦੇ ਵਿੱਚ ਕਿਹੜੇ ਕਿਹੜੇ ਇੰਪੋਰਟੈਂਟ ਜਨਰਾ ਹੈ ਜੋ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਤਾਂ ਸਭ ਤੋਂ ਪਹਿਲਾ ਜਿਹੜਾ ਸਪੀਸੀਜ਼ ਹੈਗਾ ਉਹ ਹੈਗਾ ਇਰੀਸਿਫੇ ਸਪੀਸੀਜ਼। ਇਟਸ ਵੈਰੀ ਇੰਪੋਰਟੈਂਟ। ਇਰੀਸਿਫੇ ਸਪੀਸੀਜ਼ ਜੋ ਹੈ ਆਪਣੇ ਕੋਲ ਇਹ ਕਾਜ਼ ਕਰਦਾ ਹੈ ਪਾਊਡਰੀ ਮਿਲਡਿਊ ਡਿਜ਼ੀਜ਼। ਕਿਹੜੇ ਕਿਹੜੇ ਪਲਾਂਟ ਸਪੀਸੀਜ਼ ਦੇ ਵਿੱਚ, ਪੀਜ਼ ਹੋ ਗਿਆ, ਕੁਕਰਬਿਟਸ ਹੋ ਗਿਆ, ਸੀਰੀਅਲਸ ਹੋ ਗਿਆ। ਤਾਂ ਇਹਨਾਂ ਦੇ ਵਿੱਚ ਕੀ ਹੋ ਜਾਂਦੀ ਹੈ, ਪਾਊਡਰੀ ਮਿਲਡਿਊ ਜਿਹੜਾ ਹੈਗਾ ਉਹ ਕਿਹੜਾ ਸਪੀਸੀਜ਼ ਕਰੇਗਾ, ਇਰੀਸਿਫੇ। ਠੀਕ ਹੈ ਨਾ, ਇਹ ਤੁਸੀਂ ਯਾਦ ਰੱਖਣਾ ਹੈ। ਫਿਰ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਨੈਕਸਟ ਜੋ ਹੈ ਉਹ ਹੋਏਗਾ ਸਫੈਰੋਥੀਕਾ ਸਪੀਸੀਜ਼। ਇਹ ਜੋ ਕਾਜ਼ ਕਰਦੇ ਆ ਸਫੈਰੋਥੀਕਾ ਸਪੀਸੀਜ਼ ਜੋ ਹੈਗੇ ਉਹ ਪਾਊਡਰੀ ਮਿਲਡਿਊ ਡਿਜ਼ੀਜ਼ ਕੁਕਰਬਿਟਸ ਦੇ ਵਿੱਚ ਜਿਹੜਾ ਹੈਗਾ ਪ੍ਰੋਡਿਊਸ ਕਰਦਾ ਹੈ। ਅਗਰ ਇਰੀਸਿਫੇ ਸਪੀਸੀਜ਼ ਦੀ ਗੱਲ ਕਰਾਂ ਤਾਂ ਪਾਊਡਰੀ ਮਿਲਡਿਊ ਪੀਜ਼ ਦੇ ਵਿੱਚ, ਕੁਕਰਬਿਟਸ ਐਂਡ ਸੀਰੀਅਲ ਸਭ ਦੇ ਵਿੱਚ ਕਰਦਾ ਹੈ। ਬਟ ਅਗਰ ਗੱਲ ਕਰਾਂ ਸਫੀਰੋਥੀਕਾ ਦੀ ਤਾਂ ਉਹ ਇੱਕ ਇਹੋ ਜਿਹਾ ਮਾਈਕੋਸਿਟੀਜ਼ ਫੰਗੀ ਹੈ ਜੋ ਸਿਰਫ ਅਤੇ ਸਿਰਫ ਕੁਕਰਬਿਟਸ ਦੇ ਵਿੱਚ ਕਰੇਗਾ। ਫਿਰ ਉਸ ਤੋਂ ਬਾਅਦ ਆ ਗਿਆ ਫਾਇਲੈਕਟੀਨੀਆ ਸਪੀਸੀਜ਼। ਇਹ ਵੀ ਪਾਊਡਰੀ ਮਿਲਡਿਊ ਡਿਜ਼ੀਜ਼ ਕਾਜ਼ ਕਰਦਾ ਹੈ ਸ਼ੀਸ਼ਮ ਟਰੀ ਦੇ ਵਿੱਚ। ਓਕੇ, ਫਿਰ ਉਸ ਤੋਂ ਬਾਅਦ ਨੈਕਸਟ ਅਗਰ ਆਪਾਂ ਜਨਰਾ ਦੀ ਗੱਲ ਕਰੀਏ ਤਾਂ ਉਹ ਹੈਗਾ ਆਪਣੇ ਕੋਲ ਕਲੈਵੀਸੈਪਸ ਪਰਪਿਊਰੀਆ। ਕਲੈਵੀਸੈਪਸ ਪਰਪਿਊਰੀਆ ਜੋ ਹੈ ਇਹ ਆਪਣੇ ਕੋਲ ਇਰਗੋਟ ਫੰਗਸ ਡਿਜ਼ੀਜ਼ ਕਾਜ਼ ਕਰਦਾ ਹੈ। ਇਰਗੋਟ ਡਿਜ਼ੀਜ਼ ਕਹਿ ਦਿੰਦੇ ਆ। ਜ਼ਿਆਦਾਤਰ ਦੇਖਣ ਨੂੰ ਕਿਹਦੇ 'ਚ ਮਿਲਦੀ ਹੈ, ਬਾਜਰਾ, ਰਾਈ, ਵੀਟ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅਤੇ ਇਸ ਤੋਂ ਇਲਾਵਾ ਇਹ ਇੱਕ ਮੈਂ ਇਹ ਕਹਿ ਸਕਦੀ ਹਾਂ ਵੀ ਇਹ ਆਪਣੇ ਕੋਲ ਲਿਸਰਜਿਕ ਐਸਿਡ ਪ੍ਰੋਡਿਊਸ ਕਰ ਦਿੰਦਾ ਹੈ। ਇਹ ਜੋ ਮਤਲਬ ਜਿਹੜੀ ਵੀ ਇਨਫਲੋਰੋਸੈਂਸ ਨੂੰ ਇਨਫੈਕਟ ਕਰਦਾ ਤਾਂ ਉਹ ਇਨਫਲੋਰੋਸੈਂਸ ਜਿਹੜੀ ਹੈਗੀ LSD ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ। ਅਤੇ ਅਗਰ ਆਪਾਂ ਇਹੋ ਜਿਹੇ ਇਨਫੈਕਟਡ ਜਿਹਦੇ 'ਤੇ ਆਪਣੇ ਕੋਲ ਕਲੈਵੀਸੈਪਸ ਪਰਪਿਊਰਾ ਇਨਫਲੋਰੋਸੈਂਸ ਇਨਫੈਕਟਡ ਕਲੈਵੀਸੈਪਸ ਪਰਪਿਊਰੀਆ ਇਨਫੈਕਟਡ ਅਗਰ ਫਲੋਰੋਸੈਂਸ ਨੂੰ ਆਪਾਂ ਫੀਡ ਕਰ ਲੈਂਦੇ ਹਾਂ ਤਾਂ ਇਹ ਆਪਣੇ ਸੈਂਟਰਲ ਨਰਵਸ ਸਿਸਟਮ ਨੂੰ ਵੀ ਡਿਸਟਰਬ ਕਰ ਸਕਦੀ ਹੈ। ਤੁਸੀਂ LSD ਪ੍ਰੋਡਿਊਸਿੰਗ ਫੰਗਸ ਦਾ ਨਾਮ ਯਾਦ ਰੱਖਣਾ ਜੋ ਕਿ ਆਪਾਂ ਨੂੰ ਐਸਕੋਮਾਈਸਿਟੀਜ਼ ਦੇ ਵਿੱਚ ਮਿਲ ਸਕਦੀ ਹੈ ਐਂਡ ਦੈਟ ਇਜ਼ ਕਲੈਵੀਸੈਪਸ ਪਰਪਿਊਰੀਆ।
ਓਕੇ। ਫਿਰ ਉਸ ਤੋਂ ਬਾਅਦ ਨੈਕਸਟ ਦੱਸਾਂ ਤਾਂ ਇਹਦੇ 'ਚ ਆ ਜਾਂਦੀ ਆਪਣੇ ਕੋਲ ਨਿਊਰੋਸਪੋਰਾ। ਨਿਊਰੋਸਪੋਰਾ ਜਿਹੜੀ ਹੈਗੀ ਹੈ ਇਹ ਜ਼ਾਈਲੋਫਿਲਸ ਟਾਈਪ ਫੰਗੀ ਹੈਗੀ ਹੈ। ਜ਼ਾਈਲੋਫਿਲਸ ਸਟੈਂਡ ਫੋਰ ਵੀ ਇਹ ਜਿਹੜੇ ਵੁੱਡ ਜਿਹੜੇ ਅੱਗ ਲੱਗ ਜਾਂਦੀ ਹੈ, ਮਤਲਬ ਉਹ ਅੱਗ ਲੱਗੀ ਹੋਈ ਵੁੱਡ 'ਤੇ ਜਾਂ ਜਿਹੜੀ ਬਰਨਡ ਵੁੱਡ ਹੈ ਉਹਦੇ 'ਤੇ ਜੋ ਫੰਗਸ ਗਰੋ ਕਰਦੀ ਹੈ ਉਸ ਫੰਗਸ ਨੂੰ ਕਹਿ ਦਿੰਦੇ ਆ ਜ਼ਾਈਲੋਫਿਲਸ ਫੰਗਸ। ਅਤੇ ਇਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਨੈਕਸਟ ਅਗਰ ਆਪਾਂ ਦੇਖੀਏ ਹੋਰ ਵੀ ਬਹੁਤ ਸਾਰੇ ਸਪੀਸੀਜ਼ ਹੈਗੇ ਆ ਜਿਹਦੇ ਵਿੱਚੋਂ ਮੈਂ ਸਿਰਫ ਇੰਪੋਰਟੈਂਟ ਜਿਹੜੇ ਹੈਗੇ ਆ ਉਹ ਡਿਸਕਸ ਕਰਾਂਗੀ। ਇੱਕ ਮਾਰਸ਼ਲਾ ਸਪੀਸੀਜ਼ ਹੁੰਦਾ। ਮਾਰਸ਼ਲਾ ਸਪੀਸੀਜ਼ ਜੋ ਹੈ ਆਪਣੇ ਕੋਲ ਇਹ ਆਈ ਕੈਨ ਸੇ ਐਡੀਬਲ ਫੰਗਸ ਹੈ, ਮਤਲਬ ਐਸਕੋਮਾਈਸਿਟੀਜ਼ ਦੀ ਸਭ ਤੋਂ ਟੇਸਟੀ ਫੰਗਸ ਆਪਾਂ ਇਹਨੂੰ ਕਹਿ ਸਕਦੇ ਹਾਂ। ਇਹਨੂੰ ਗੁੱਚੀ ਵੀ ਕਿਹਾ ਜਾਂਦਾ। ਇਟਸ ਕਾਮਨ ਨੇਮ ਇਜ਼ ਗੁੱਚੀ ਐਂਡ ਇਟਸ ਗੁੱਡ ਸੋਰਸ ਆਫ ਪ੍ਰੋਟੀਨ। ਸੋ ਨਾਰਮਲੀ ਕੁਐਸਚਨ ਬਣ ਸਕਦਾ ਹੈ ਵੀ ਕਿਹੜੀ ਫੰਗਸ ਹੈ ਜੋ ਪ੍ਰੋਟੀਨ ਦਾ ਅੱਛਾ ਸੋਰਸ ਹੈ। ਸੋ ਯੂ ਕੈਨ ਆਂਸਰ ਬਾਈ ਯੂਜ਼ਿੰਗ ਦਿਸ ਟਰਮ ਮਾਰਸ਼ਲਾ। ਸੋ ਦਿਸ ਇਜ਼ ਆਲ ਅਬਾਊਟ ਅਗਰ ਆਪਾਂ ਗੱਲ ਕਰੀਏ ਐਸਕੋਮਾਈਸਿਟੀਜ਼ ਦੀ। ਐਸਕੋਮਾਈਸਿਟੀਜ਼ ਦੇ ਵਿੱਚ ਇੱਕ ਲਾਸਟ ਸਪੀਸੀਜ਼ ਹੈ ਜਿਹਦੇ ਬਾਰੇ ਮੈਂ ਡਿਸਕਸ ਕਰਨਾ ਜ਼ਰੂਰੀ ਸਮਝਦੀ ਹਾਂ। ਉਹ ਹੈ ਆਪਣੇ ਕੋਲ ਐਸਪਰਜਿਲਸ। ਐਸਪਰਜਿਲਸ ਜੋ ਫੰਗਸ ਹੈਗੀ ਆ ਉਹ ਐਸਕੋਮਾਈਸਿਟੀਜ਼ ਦੀ ਇੱਕ ਇੰਪੋਰਟੈਂਟ ਆਈ ਕੈਨ ਸੇ ਸਪੀਸੀਜ਼ ਹੈ। ਐਸਪਰਜਿਲਸ ਨਾਈਗਰ ਜੋ ਹੈ ਇਹਨੂੰ ਬਲੈਕ ਮੋਲਡ ਵੀ ਆਖਿਆ ਜਾਂਦਾ, ਇਹਨੂੰ ਲੈਬੋਰੇਟਰੀ ਵੀਡ ਵੀ ਆਖਿਆ ਜਾਂਦਾ। ਸੋ ਇਹ ਕੁਐਸਚਨ ਬੜਾ ਕਾਮਨ ਬਣ ਸਕਦਾ ਹੈ, ਨੇਮ ਦਾ ਲੈਬੋਰੇਟਰੀ ਵੀਡ। ਇਹ ਜੋ ਐਸਪਰਜਿਲਸ ਹੁੰਦੀ ਹੈ ਬੜੇ ਈਜ਼ੀਲੀ ਕਿਸੇ ਵੀ ਕੰਟੈਮੀਨੇਸ਼ਨ ਦੇ ਦੌਰਾਨ ਜਿਹੜੀ ਹੈਗੀ ਹੈ ਗਰੋ ਕਰ ਸਕਦੀ ਹੈ। ਸੋ ਐਸਪਰਜਿਲਸ ਨਾਈਗਰ ਇਜ਼ ਦਾ ਲੈਬੋਰੇਟਰੀ ਵੀਡ। ਇਟਸ ਆਲਸੋ ਨੋਨ ਐਸ ਬਲੈਕ ਮੋਲਡ। ਅਗਰ ਗੱਲ ਕਰੀਏ ਇਹ ਬੈਕਟੀਰੀਅਲ ਫੰਗਲ ਕਲਚਰ ਜਿਹੜੇ ਹੈਗੇ ਆ ਲੈਬੋਰੇਟਰੀ ਦੇ ਵਿੱਚ ਉਹਨਾਂ ਨੂੰ ਇਨਫੈਕਟ ਕਰ ਸਕਦੀ ਹੈ। ਔਰ ਅਗਰ ਆਪਾਂ ਗੱਲ ਕਰੀਏ ਐਸਪਰਜਿਲਸ ਨਾਈਗਰ ਆਲਸੋ ਕਾਜ਼ ਰੋਟ ਆਫ ਫਿਗਸ, ਡੇਟ, ਪੋਮੀਗ੍ਰੇਨੇਟ, ਠੀਕ ਹੈ ਨਾ। ਤਾਂ ਇਹ ਰਹੇਗਾ। ਇੱਕ ਸਪੀਸੀਜ਼ ਹੈਗਾ ਐਸਪਰਜਿਲਸ ਫਲੇਵਸ। ਇਹਦੇ ਤੋਂ ਇੱਕ ਆਪਣੇ ਕੋਲ ਟੌਕਸਿਨ ਪ੍ਰੋਡਿਊਸ ਹੁੰਦਾ ਜਿਹਨੂੰ ਕੀ ਕਹਿ ਦਿੰਦੇ ਆ ਏਫਲਾਟੌਕਸਿਨ। ਇਹ ਕਾਰਸੋਜੈਨਿਕ ਹੁੰਦੇ ਆ ਨੇਚਰ ਦੇ ਵਿੱਚ, ਠੀਕ ਹੈ ਨਾ। ਸੋ ਇਹ ਕੁਝ ਇੰਪੋਰਟੈਂਟ ਫੀਚਰ ਸੀਗੇ ਜਿਹੜੇ ਤੁਸੀਂ ਯਾਦ ਰੱਖਣੇ ਆ ਰਿਗਾਰਡਿੰਗ ਦਾ ਐਸਕੋਮਾਈਸਿਟੀਜ਼। ਸੋ ਹੁਣ ਗੱਲ ਕਰਦੇ ਹਾਂ ਆਪਾਂ ਨੈਕਸਟ ਕਲਾਸ ਦੀ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਹੋਰ ਰਹਿ ਗਈ ਜੋ ਐਸਕੋਮਾਈਸਿਟੀਜ਼ ਦੇ ਵਿੱਚ ਡਿਸਕਸ ਕਰਨੀ ਹੈ, ਉਹ ਹੈਗੀ ਪੈਨਸਿਲਿਨ। ਪੈਨਸਿਲਿਨ ਨੂੰ ਆਪਾਂ ਭੁੱਲ ਨਹੀਂ ਸਕਦੇ ਕਿਉਂਕਿ ਪੈਨਸਿਲਿਨ ਸਭ ਤੋਂ ਪਹਿਲੀ ਫੰਗਸ ਸੀ ਜਿਹਦੇ ਤੋਂ ਐਂਟੀਬਾਇਓਟਿਕ ਪ੍ਰੋਡਿਊਸ ਕੀਤੀਆਂ ਗਈਆਂ ਸੀ। ਐਂਟੀਬਾਇਓਟਿਕ ਆਰ ਦਾ ਸਪੀਸੀਜ਼ ਔਰ ਕੈਮੀਕਲਸ ਵਿਚ ਆਰ ਯੂਜ਼ ਟੂ ਡਿਸਟਰੋਏ ਦਾ ਬੈਕਟੀਰੀਅਲ ਇਨਫੈਕਸ਼ਨ, ਰਾਈਟ, ਔਰ ਵਿਚ ਆਰ ਯੂਜ਼ ਟੂ ਡਿਸਟਰੋਏ ਦਾ ਬੈਕਟੀਰੀਆ। ਸੋ ਪੈਨਸਿਲਿਨ ਜਿਹੜੀ ਹੈਗੀ ਆ ਉਹਦਾ ਦੂਸਰਾ ਨਾਮ ਬਲੂ ਔਰ ਗ੍ਰੀਨ ਮੋਲਡ ਵੀ ਹੈ। ਲਿੰਕ ਨੇ ਇਹਨੂੰ ਡਿਸਕਵਰ ਕੀਤਾ ਸੀ ਅਤੇ ਇਹਦੇ ਤੋਂ ਜੋ ਐਂਟੀਬਾਇਓਟਿਕ ਦੀ ਸਿੰਥੇਸਿਸ ਹੈ ਉਹ ਫਲੈਮਿੰਗ ਨੇ ਕੀਤੀ ਸੀਗੀ, ਠੀਕ ਹੈ ਨਾ। ਇਹਦੇ 'ਚ ਇਨਹਿਬਿਟਰੀ ਕੰਪਾਊਂਡ ਹੁੰਦੇ ਆ ਜੋ ਬੈਕਟੀਰੀਆ ਦੀ ਵਾਲ ਨੂੰ ਕੀ ਕਰ ਦਿੰਦੇ ਆ, ਖਤਮ ਕਰ ਦਿੰਦੇ ਆ। ਸੋ ਇਹਦੇ ਬਾਰੇ ਸਿੰਪਲ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਯਾਦ ਰੱਖਣੀਆਂ। ਫਿਰ ਉਸ ਤੋਂ ਬਾਅਦ ਆ ਗਿਆ ਆਪਾਂ ਨੈਕਸਟ ਗਰੁੱਪ ਜੋ ਹੈ ਆਪਾਂ ਬੈਸੀਡੀਓਮਾਈਸਿਟੀਜ਼ ਫੰਗਸ ਦਾ, ਉਹਦੇ ਬਾਰੇ ਗੱਲ ਕਰਦੇ ਹਾਂ। ਬੈਸੀਡੀਓਮਾਈਸਿਟੀਜ਼ ਜੋ ਹੈ ਇਹ ਜਿਹਾ ਗਰੁੱਪ ਹੈ ਜਿਹਦੇ 'ਚ ਅਗੇਨ 15,000 ਸਪੀਸੀਜ਼ ਹੈ ਆਪਣੇ ਕੋਲ। ਸੈਪਰੋਫਿਟਿਕ ਹੁੰਦੀ ਹੈ ਇਹ। ਇਹਦੇ 'ਚ ਖਾਸ ਗੱਲ ਕੀ ਹੈਗੀ ਆਪਣੇ ਕੋਲ ਡਾਈਕੈਰੀਓਟਿਕ ਮਾਈਸੀਲੀਆ ਮਿਲੇਗਾ ਜਿਵੇਂ ਕਿ ਐਸਕੋਮਾਈਸਿਟੀਜ਼ ਦੇ ਵਿੱਚ ਮਿਲਦਾ। ਉਸ ਤੋਂ ਇਲਾਵਾ ਇਹਦੇ 'ਚ ਕਲੈਂਪ ਕਨੈਕਸ਼ਨ ਮਿਲਦਾ ਆਪਾਂ ਨੂੰ। ਇੱਕ ਟਰਮ ਹੈਗੀ ਹੈ ਕਲੈਂਪ ਕਨੈਕਸ਼ਨ। ਇਹਦੇ ਜੋ ਮਾਈਸੀਲੀਆ ਹੁੰਦੇ ਆ, ਇਹਦੇ ਜੋ ਸੈੱਲ ਹੁੰਦੇ ਆ ਉਹ ਇੱਕ ਦੂਸਰੇ ਦੇ ਨਾਲ ਕਲੈਂਪ ਕਨੈਕਸ਼ਨ ਦੇ ਨਾਲ ਜੁੜੇ ਹੁੰਦੇ ਆ। ਸੋ ਇੱਕ ਸਪੀਸੀਜ਼ ਹੈ ਪਕਸੀਨੀਆ। ਪਕਸੀਨੀਆ ਦੇ ਵਿੱਚ ਇਹ ਵਾਲੀ ਜਿਹੜੀ ਕਲੈਂਪ ਕਨੈਕਸ਼ਨ ਹੈਗੀ ਆ ਉਹ ਐਬਸੈਂਟ ਹੈ। ਬੈਸੀਡੀਓਮਾਈਸਿਟੀਜ਼ ਦੀ ਇੱਕ ਸਪੀਸੀਜ਼ ਹੈ ਪਕਸੀਨੀਆ, ਉਹਦੇ 'ਚ ਕਲੈਂਪ ਕਨੈਕਸ਼ਨ ਐਬਸੈਂਟ ਹੈ। ਅਗਰ ਗੱਲ ਕਰਾਂ ਕਿਉਂਕਿ ਇਹਦੇ ਹਾਈਫਾ ਜੋ ਹੈ ਸੈਪਟੇਟ ਹੈ, ਮਲਟੀ ਨਿਊਕਲੀਏਟ ਹੈ, ਤਾਂ ਸੈਪਟੇਟ ਹਾਈਫਾ ਜਿਹੜੇ ਹੈਗੇ ਆ ਇੱਥੇ ਇੱਕ ਅਲੱਗ ਤਰ੍ਹਾਂ ਦਾ ਸੈਪਟਾ ਹੁੰਦਾ। ਉਸ ਸੈਪਟਾ ਦਾ ਨਾਮ ਹੈਗਾ ਡੋਲੀਪੋਰ ਸੈਪਟਮ, ਠੀਕ ਹੈ। ਅਤੇ ਪੈਰੈਂਥੀਨੋਜ਼ੋਮਸ ਵੀ ਬਣੇ ਹੁੰਦੇ ਆ। ਡੋਲੀਪੋਰ ਸੈਪਟਾ ਦੇ ਵਿੱਚ ਕੀ ਹੁੰਦਾ ਹੈ, ਇੱਦਾਂ ਆਪਣੇ ਕੋਲ ਜਿਹੜੇ ਸੈਪਟਾ ਹੈਗੇ ਉਹਨਾਂ ਦੇ ਹੈੱਡ ਲਾਈਕ ਸਟਰਕਚਰ ਗਰੋ ਹੋ ਜਾਂਦੀ ਹੈ ਇਸ ਲਾਈਕ ਦਿਸ। ਸੋ ਇਹ ਜਿਹੜੇ ਸੈਪਟਾ ਹੈਗੇ ਆ ਇਹਨਾਂ ਦੇ ਵਿੱਚ ਇੱਕ ਆਸੇ ਪਾਸੇ ਇਹਨਾਂ ਦੀ ਇੱਕ ਲੇਅਰ ਬਣੀ ਹੁੰਦੀ ਹੈ, ਪੈਰੈਂਥੀਨੋਜ਼ੋਮ ਕਹਿ ਦਿੰਦੇ ਆ ਇਹਨਾਂ ਨੂੰ, ਠੀਕ ਹੈ। ਅਤੇ ਇਹ ਜੋ ਕਿ ਮਤਲਬ ਇਹ ਕਨੈਕਸ਼ਨ ਬਣਾ ਦਿੰਦੇ ਆ ਦੋ ਸੈਲਸ ਦੇ ਵਿੱਚ ਅਤੇ ਦੋ ਸੈੱਲ ਕਮਿਊਨੀਕੇਟ ਕਰ ਪਾਉਂਦੇ ਇੱਕ ਦੂਸਰੇ ਦੇ ਨਾਲ ਈਜ਼ੀਲੀ। ਸੋ ਇਹ ਡੋਲੀਪੋਰ ਸੈਪਟਾ ਸਪੈਸ਼ਲੀ ਆਪਾਂ ਨੂੰ ਬੈਸੀਡੀਓਮਾਈਸਿਟੀਜ਼ ਦੇ ਵਿੱਚ ਹੀ ਦੇਖਣ ਨੂੰ ਮਿਲਦਾ, ਹੋਰ ਕਿਸੇ ਫੰਗਸ ਦੇ ਗਰੁੱਪ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਫਿਰ ਉਸ ਤੋਂ ਬਾਅਦ ਅਗਰ ਗੱਲ ਕਰਾਂ ਰਿਪਰੋਡਕਟਿਵ ਸਟਰਕਚਰ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਜਨਰਲੀ ਕਿਹੜੀਆਂ ਹੁੰਦੀਆਂ, ਬੈਸੀਡੀਆ ਹੁੰਦੀਆਂ, ਠੀਕ ਹੈ। ਐਂਡ ਬੈਸੀਡੀਆ ਦੇ ਵਿੱਚ 4 ਤਰ੍ਹਾਂ ਦੇ ਬੈਸੀਡੀਓਸਪੋਰ ਹੁੰਦੇ ਆ ਅਤੇ ਬੈਸੀਡੀਆ ਜਿਹੜੇ ਹੁੰਦੇ ਆ ਇਹ ਇੱਕ ਤਰ੍ਹਾਂ ਨਾਲ ਐਕਸੋਜੀਨਸ ਇਨ ਨੇਚਰ ਹੈ। ਅਗਰ ਮੈਂ ਗੱਲ ਕਰਾਂ ਐਸਕੋਸਪੋਰ ਦੀ ਤਾਂ ਉਹ ਐਂਡੋਜੀਨਸ ਸੀਗੇ। ਬੈਸੀਡੀਆ ਜਿਹੜੇ ਹੈਗੇ ਆ ਉਹ ਐਕਸੋਜੀਨਸ ਹੈ, ਮਤਲਬ ਇਹ ਬਾਹਰ ਗਰੋ ਕਰਦੇ ਆ, ਤਾਂ ਐਕਸੋਜੀਨੀਅਸ ਨੇਚਰ ਹੈ ਇਹਨਾਂ ਦਾ ਜਾਂ ਓਰੀਜਨ ਹੈ। ਬੈਸੀਡੀਆ ਅਲੋਂਗ ਵਿਦ ਸਟੇਰਾਈਲ ਹਾਈਫਾ ਜਿਹੜੇ ਹੈਗੇ ਆ ਬੈਸੀਡੀਓ ਕਾਰਪ ਬਣਾ ਦਿੰਦੇ ਆ। ਐਂਡ ਸਮਟ ਅਤੇ ਜਿਹੜੀ ਰਸਟ ਹੈ, ਦੋ ਟਰਮਸ ਆਉਣਗੀਆਂ ਬੈਸੀਡੀਓਮਾਈਸਿਟੀਜ਼ ਦੇ ਜਿਹੜੇ ਸਪੀਸੀਜ਼ ਹੈ ਉਹ ਜਨਰਲੀ ਕਾਜ਼ ਕਰਦੇ। ਇੱਕ ਆ ਗਈ ਸਮਟ ਅਤੇ ਦੂਸਰੀ ਆ ਗਈ ਰਸਟ। ਤਾਂ ਸਮਟ ਅਤੇ ਰਸਟ ਯੂਜੂਅਲੀ ਜਿਹੜੀ ਹੈਗੀ ਆ ਬੈਸੀਡੀਓਮਾਈਸਿਟੀਜ਼ ਦੇ ਮੈਂਬਰਸ ਦੇ ਦੁਆਰਾ ਕਾਜ਼ ਕੀਤੀ ਜਾਂਦੀ ਹੈ। ਸੋ ਸਭ ਤੋਂ ਇੰਪੋਰਟੈਂਟ ਜਿਹੜਾ ਇਹਦਾ ਜਨਰਾ ਹੈ
ਬੈਸੀਡੀਓਮਾਈਸਿਟੀਜ਼ ਦਾ, ਉਹ ਹੈਗਾ ਉਸਟੀਲੈਗੋ ਸਪੀਸੀਜ਼। ਉਸਟੀਲੈਗੋ ਜੋ ਹੈ ਆਪਣੇ ਕੋਲ ਸੂਟੀ ਮਾਸ ਆਫ ਸਪੋਰ ਜਾਂ ਬਲੈਕ ਮਾਸ ਆਫ ਸਪੋਰ ਬਣਾ ਦਿੰਦਾ ਓਵਰ ਦਾ ਸੀਰੀਅਲਸ, ਓਵਰ ਦਾ ਗ੍ਰਾਸਿਸ ਸਪੀਸੀਜ਼, ਠੀਕ ਹੈ। ਐਂਡ ਦਾ ਸਮਟ ਡਿਜ਼ੀਜ਼ ਆਰ ਆਫ ਟੂ ਟਾਈਪ, ਆਪਣੇ ਕੋਲ ਦੋ ਤਰ੍ਹਾਂ ਦੀ ਸਮਟ ਮਿਲੇਗੀ, ਇੱਕ ਲੂਜ਼ ਸਮਟ ਹੋਏਗੀ ਅਤੇ ਦੂਸਰੀ ਹੋਏਗੀ ਕਵਰ ਸਮਟ। ਤਾਂ ਇਹ ਤੁਸੀਂ ਦੇਖ ਲੈਣਾ। ਵੀਟ ਦੇ ਵਿੱਚ ਲੂਜ਼ ਸਮਟ ਹੁੰਦੀ ਹੈ, ਉਸਟੀਲੈਗੋ ਕਾਜ਼ ਕਰਦਾ। ਦੂਬ ਦੇ ਵਿੱਚ, ਵੀਟ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਲੂਜ਼ ਸਮਟ ਦੇਖਣ ਨੂੰ ਮਿਲੇਗੀ। ਔਰ ਓਟ ਜਾਂ ਬਾਰਲੇ ਜੋ ਹੈ ਉਹਦੇ 'ਚ ਆਪਣੇ ਕੋਲ ਕਵਰਡ ਸਮਟ ਦੇਖਣ ਨੂੰ ਮਿਲੇਗੀ। ਫਿਰ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਹੋਰ ਜਿਹੜਾ ਇਹਦਾ ਇੰਪੋਰਟੈਂਟ ਜਨਰਾ ਹੈ ਉਹ ਹੈਗਾ ਐਮਨੇਸ਼ੀਆ। ਐਮਨੈਂਸ਼ੀਆ ਸਪੀਸੀਜ਼ ਜੋ ਹੈ ਇਹਨੂੰ ਟੋਡ ਸਟੂਲ ਵੀ ਕਿਹਾ ਜਾਂਦਾ। ਇਹ ਬਹੁਤ ਜ਼ਿਆਦਾ ਪੋਇਜ਼ਨਸ ਫੰਗੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਟਿਲੀਸ਼ੀਆ ਹੌਰੀਡਾ। ਹੌਰੀਡਾ ਜਿਵੇਂ ਹੌਡੀਅਮ ਵੁਲਗੇਰ ਟਾਈਪ ਹੈ ਤਾਂ ਬੰਟ ਆਫ ਰਾਈਜ਼ ਕਾਜ਼ ਕਰਦੀ ਹੈ ਇਹ। ਫਿਰ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਆਪਾਂ ਦੇਖਾਂਗੇ ਇਹਦੇ 'ਚ, ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਇੱਥੇ ਡਾਇਗਰਾਮ ਦਿਖਾਏ ਹੋਏ ਆ। ਲੂਜ਼ ਸਮਟ ਜਿਹੜਾ ਹੈਗਾ, ਲੂਜ਼ ਸਮਟ ਤੁਹਾਨੂੰ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਓਵਰ ਦਾ। ਉਸਟੀਲੈਗੋ ਸਾਈਨੋਡੋਂਟਿਸ ਹੈ, ਮਤਲਬ ਇਹ ਗ੍ਰਾਸ 'ਤੇ ਦਿਖਾਇਆ ਹੋਇਆ। ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਬੀ ਨਾਰਮਲ ਇਨਫਲੋਰੈਂਸੈਂਸ ਆਫ ਵੀਟ ਹੈ। ਜੇ ਉਹਨੂੰ ਲੂਜ਼ ਸਮਟ ਹੋ ਜਾਂਦੀ ਹੈ ਤਾਂ ਇਨਫਲੋਰੈਂਸੈਂਸ ਜਿਹੜੀ ਹੈਗੀ ਟੋਟਲੀ ਕੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਗ੍ਰੇਨਸ ਦੀ ਥਾਂ 'ਤੇ ਬਲੈਕ ਸੂਟ ਬਣ ਜਾਂਦੀ ਹੈ। ਸੂਟ ਮਤਲਬ ਬਲੈਕ ਤਰ੍ਹਾਂ ਦਾ, ਮਤਲਬ ਇੱਕ ਡਸਟ ਟਾਈਪ ਜਿਹੜਾ ਮਟੀਰੀਅਲ ਹੈ ਉਹ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਨਫਲੋਰੋਸੈਂਸ ਜਿਹੜੀ ਹੈਗੀ ਟੋਟਲੀ ਖਤਮ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਹਨਾਂ 'ਤੇ ਸਮਟ ਸਪੋਰ ਬਣਨੇ ਸ਼ੁਰੂ ਹੋ ਜਾਂਦੇ ਆ ਅਤੇ ਹਰੇਕ ਸਪੋਰ ਦੀ ਇੱਕ ਐਗਜ਼ਾਈਨ ਹੁੰਦੀ ਹੈ ਅਤੇ ਇੱਕ ਇੰਟਾਈਨ ਹੁੰਦੀ ਹੈ। ਫਿਰ ਉਸ ਤੋਂ ਇਲਾਵਾ ਅਗਰ ਦੇਖੀਏ ਕਵਰ ਸਮਟ ਜਿਹੜੀ ਹੈਗੀ ਆ ਓਟ ਦੇ ਵਿੱਚ, ਜਿਵੇਂ ਤੁਸੀਂ ਦੇਖ ਸਕਦੇ ਹੋ ਇਨਫਲੋਰੋਸੈਂਸ ਖਰਾਬ ਕਰ ਦੇਗੀ। ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਬਾਰਲੇ ਜੋ ਹੈ ਉਹਦੇ 'ਚ ਵੀ ਕਵਰ ਸਮਟ ਜਿਹੜੀ ਹੈਗੀ ਦੇਖਣ ਨੂੰ ਮਿਲਦੀ ਹੈ। ਫਿਰ ਉਸ ਤੋਂ ਬਾਅਦ ਨੈਕਸਟ ਜੋ ਸਪੀਸੀਜ਼ ਹੈ ਜਿਹਦੇ ਬਾਰੇ ਤੁਸੀਂ ਡਿਸਕਸ ਕਰਨਾ ਹੈ ਉਹ ਹੈ ਅਗੈਰੀਕਸ ਕੰਪੈਸਟਰਿਸ। ਅਗੈਰੀਕਸ ਜਿਹੜੀ ਹੈਗੀ ਇਹਨੂੰ ਮਸ਼ਰੂਮ ਵੀ ਕਿਹਾ ਜਾਂਦਾ, ਫੀਲਡ ਮਸ਼ਰੂਮ ਵੀ ਕਿਹਾ ਜਾਂਦਾ। ਅਤੇ ਇਹਦੇ ਵਿੱਚ ਜੋ ਗਰੋਥ ਹੁੰਦੀ ਹੈ, ਇਹਦੇ ਰੂਟ ਲਾਈਕ ਸਟਰਕਚਰਸ ਹੁੰਦੀਆਂ, ਰੂਟ ਲਾਈਕ ਸਟਰਕਚਰਸ ਨੂੰ ਬੋਲਦੇ ਆ ਰਾਈਜ਼ੋਮੋਰਫ। ਸੋ ਇਟਸ ਦਾ ਫੰਗਸ ਵਿਚ ਹੈਵ ਰੂਟ ਲਾਈਕ ਸਟਰਕਚਰ, ਠੀਕ ਹੈ ਨਾ। ਰੂਟ ਲਾਈਕ ਸਟਰਕਚਰ ਹੁੰਦੀਆਂ ਉਹਨਾਂ ਨੂੰ ਰਾਈਜ਼ੋਮੋਰਫ ਬੋਲਿਆ ਜਾਂਦਾ ਹੈ। ਐਂਡ ਰਿਮੇਨ ਅੰਡਰ ਦਾ ਗਰਾਊਂਡ। ਫਰੂਟੀਫਿਕੇਸ਼ਨ ਜਿਹੜੀ ਹੈਗੀ ਆ ਉਹੀ ਜਿਹੜੀ ਹੈਗੀ ਆ ਇਹਦੀ ਮਤਲਬ ਬਾਡੀ ਤੋਂ ਬਾਹਰ ਰਹਿੰਦੀ ਹੈ। ਅਤੇ ਇਹਨੂੰ ਆਪਾਂ ਜੋ ਮਸ਼ਰੂਮ ਹੈ ਜਦੋਂ ਇਹ ਗਰੋ ਕਰਦੀ ਹੈ, ਯੰਗ ਫੋਰਮ ਦੇ ਵਿੱਚ ਹੁੰਦੀ ਹੈ ਤਾਂ ਫੇਅਰੀ ਰਿੰਗਸ ਦੇ ਵਿੱਚ ਇਹ ਜਿਹੜੀ ਹੈਗੀ ਆ ਆਪਦਾ ਸਾਈਜ਼ ਜਿਹੜਾ ਹੈਗਾ ਇਨਕਰੀਜ਼ ਕਰਦੀ ਹੈ। ਸਰਕਲਸ ਦੇ ਵਿੱਚ ਇਹ ਗਰੋ ਕਰਦੀ ਹੈ ਅਤੇ ਸੈਂਟੀਫਿਊਗਲ ਗਰੋਥ ਹੁੰਦੀ ਹੈ, ਮਤਲਬ ਸੈਂਟਰ ਤੋਂ ਬਾਹਰ ਵੱਲ ਜਿਹੜੀ ਹੈਗੀ ਇਹਦੀ ਗਰੋਥ ਹੁੰਦੀ ਹੈ ਅਤੇ ਉਹ ਰਿੰਗਸ ਬਣਾਉਂਦੀ ਹੈ। ਰਿੰਗਸ ਨੂੰ ਕੀ ਕਹਿੰਦੇ ਆ, ਫੇਅਰੀ ਰਿੰਗਸ। ਓਕੇ, ਸੋ ਇਹ ਪੈਟਰਨ ਜਿਹੜਾ ਹੈਗਾ ਫੇਅਰੀ ਰਿੰਗਸ ਵਾਲਾ ਪੈਟਰਨ ਐਗੈਰੀਕਸ ਕੰਪੈਸਟਰਿਸ ਦੇ ਨਾਲ ਰਿਲੇਟਡ ਹੈ। ਫਿਰ ਉਸ ਤੋਂ ਬਾਅਦ ਅਗਰ ਮੈਂ 8th ਜਨਰਾ ਦੀ ਗੱਲ ਕਰਾਂ, 8th ਜਨਰਾ ਜੋ ਹੈ ਆਪਣੇ ਕੋਲ 9th ਜਨਰਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਰਹੇਗਾ ਆਪਣੇ ਕੋਲ ਸੀਲੋਸਾਈਪ ਸਪੀਸੀਜ਼। ਇਹ ਅਗੇਨ ਜਿਹੜਾ ਹੈਗਾ ਇਹਨੂੰ ਆਪਾਂ ਸੈਕਰੇਡ ਮਸ਼ਰੂਮ ਬੋਲਦੇ ਆ ਅਤੇ ਇਹ ਵੀ LSD ਟਾਈਪ ਜਿਹੜੇ ਹੌਲੀਸਨ ਹੈਗੇ ਆ, ਮਤਲਬ ਕੈਮੀਕਲ ਜਿਹੜੇ ਹੈਗੇ ਆ ਇਹ ਪ੍ਰੋਡਿਊਸ ਕਰਦੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਪੋਲੀਪੋਰਸ, ਇਹਨੂੰ ਬ੍ਰੈਕਟ ਫੰਗਸ ਵੀ ਬੋਲਦੇ ਆ, ਬਹੁਤ ਕਾਮਨ ਹੈ ਇਹ ਪੋਲੀਪੋਰਸ। ਵਿਚ ਫੰਗਸ ਇਜ਼ ਨੋਨ ਐਸ ਬ੍ਰੈਕਟ ਫੰਗਸ, ਦਾ ਆਂਸਰ ਵੁੱਡ ਬੀ ਪੋਲੀਪੋਰਸ ਫੰਗਸ। ਤਾਂ ਇਹ ਡਿਸਟਰਕਟਿਵ ਹੁੰਦੀ ਹੈ, ਓਕ ਅਤੇ ਅਦਰ ਜਿਹੜੇ ਕੋਨੀਫਰਸ ਟਰੀ ਹੈਗੇ ਇਹ ਉਹਨਾਂ ਨੂੰ ਡਿਸਟਰਬ ਕਰ ਸਕਦੀ ਹੈ। ਫਿਰ ਉਸ ਤੋਂ ਬਾਅਦ ਰਹਿ ਗਿਆ ਆਪਣੇ ਕੋਲੇ ਲਾਈਕੋਪਰਡਨ। ਇਹ ਮਤਲਬ ਯੰਗ ਫਲੈਸ਼ੀ ਪਫ ਬਾਲ ਜਿਹੜੀ ਆ ਐਡੀਬਲ ਹੁੰਦੀਆਂ ਉਹ ਪ੍ਰੋਡਿਊਸ ਕਰਦੀਆਂ। ਫਿਰ ਉਸ ਤੋਂ ਬਾਅਦ ਹੈਗਾ ਕਲੇਵੇਸ਼ੀਆ, ਇਹ ਵੀ ਪਫ ਬਾਲ ਬਣਾਉਂਦੀ ਹੈ ਬਟ ਅਗੇਨ ਇਟ ਐਡੀਬਲ, ਠੀਕ ਹੈ ਨਾ। ਫਿਰ ਆ ਗਿਆ ਪਕਸੀਨੀਆ ਗ੍ਰੈਮੀਨਸ। ਪਕਸੀਨੀਆ ਗ੍ਰੈਮੀਨਸ ਜੋ ਹੈ ਆਪਣੇ ਕੋਲ ਇਟਸ ਵੈਰੀ ਇੰਪੋਰਟੈਂਟ। ਪਕਸੀਨੀਆ ਗ੍ਰੈਮਸ ਜੋ ਹੈ ਆਪਣੇ ਕੋਲ ਇਹ ਕਰੇਗੀ ਰਸਟ ਔਨ ਦਾ ਵੀਟ। ਜੋ ਪਕਸੀਨੀਆ ਡਿਜ਼ੀਜ਼ ਹੁੰਦੀ ਹੈ ਜਾਂ ਵੀਟ ਰਸਟ ਹੁੰਦੀ ਹੈ, ਇਹਦੇ ਦੋ ਹੋਸਟ ਹੁੰਦੇ ਆ, ਇੱਕ ਪ੍ਰਾਇਮਰੀ ਅਤੇ ਇੱਕ ਸੈਕੰਡਰੀ। ਜੋ ਪ੍ਰਾਇਮਰੀ ਹੋਸਟ ਹੁੰਦਾ ਉਹ ਵੀਟ ਪਲਾਂਟ ਹੁੰਦਾ ਅਤੇ ਜੋ ਸੈਕੰਡਰੀ ਹੋਸਟ ਹੁੰਦਾ ਉਹ ਹੁੰਦਾ ਆਪਣੇ ਕੋਲ ਬਰਬੇਰੀ ਪਲਾਂਟ। ਹੁਣ ਅਗਰ ਨੈਕਸਟ ਦੇਖੀਏ ਇਹਦੇ 'ਚ ਆਪਣੇ ਕੋਲ ਜਦੋਂ ਪਕਸੀਨੀਆ ਗ੍ਰੈਮੀਨਸ ਦਾ ਜੋ ਡਿਜ਼ੀਜ਼ ਫੈਲਦੀ ਹੈ ਤਾਂ ਇਹਦੇ 5 ਸਪੋਰ ਬਣਦੇ ਆ, 5 ਤਰ੍ਹਾਂ ਦੇ ਸਪੋਰ ਬਣਦੇ ਆ। ਆਪਾਂ ਨੇ ਸਿਰਫ ਇਹ ਯਾਦ ਰੱਖਣਾ ਹੈ ਕਿਹੜੇ ਪਲਾਂਟ 'ਤੇ ਆਪਾਂ ਨੂੰ ਕਿਹੜੇ ਕਿਹੜੇ ਸਪੋਰ ਮਿਲਦੇ ਪਏ ਆ। ਪਹਿਲਾਂ ਤਾਂ 5 ਸਪੋਰ ਕਿਹੜੇ ਕਿਹੜੇ ਹੈਗੇ ਆ, ਪਿਕਨੀਓ ਸਪੋਰ ਹੋ ਗਿਆ, ਐਸੀਡੀਓ ਸਪੋਰ ਹੋ ਗਿਆ, ਯੂਰੀਡੋ ਸਪੋਰ ਹੋ ਗਿਆ, ਟਿਲਿਊਟੋ ਸਪੋਰ ਹੋ ਗਿਆ ਐਂਡ ਬੈਸੀਡੀਓ ਸਪੋਰ ਹੋ ਗਿਆ। ਸੋ ਬਰਬੇਰੀ ਲੀਫ 'ਤੇ ਕਿਹੜੇ ਕਿਹੜੇ ਰਹਿਣਗੇ, ਪਿਕਨੀਡੀਓ ਸਪੋਰ ਬਿਲੋ ਦਾ ਅਪਰ ਐਪੀਡਰਮਸ, ਐਸੀਡੀਓ ਸਪੋਰ ਬਿਲੋ ਦਾ ਲੋਅਰ ਐਪੀਡਰਮਸ। ਇਹ ਬਰਬੇਰੀ ਪਲਾਂਟ 'ਤੇ ਮਿਲਣਗੇ, ਮਤਲਬ ਸੈਕੰਡਰੀ ਹੋਸਟ 'ਤੇ ਮਿਲਣਗੇ। ਐਸੀਡੀਓ ਸਪੋਰ ਜੋ ਹੈ ਵੀਟ ਨੂੰ ਜਾ ਕੇ ਇਨਫੈਕਟ ਕਰਨਗੇ ਜੋ ਕਿ ਪ੍ਰਾਇਮਰੀ ਹੋਸਟ ਹੈ। ਫਿਰ ਉਹ ਕਿਹਦੇ 'ਚ ਚੇਂਜ ਹੋ ਜਾਏਗਾ, ਯੂਰੀਡੋ ਸਪੋਰ। ਐਂਡ ਫਿਰ ਉਸ ਤੋਂ ਬਾਅਦ ਯੂਰੀਡੋ ਸਪੋਰ ਜਿਹੜੇ ਹੈਗੇ ਆ ਟਿਲਿਊਟੋ ਸਪੋਰ ਦੇ ਵਿੱਚ ਚੇਂਜ ਹੋ ਜਾਣਗੇ। ਟਿਲਿਊਟੋ ਸਪੋਰ ਜੋ ਹੈ ਸੋਇਲ ਦੇ ਉੱਪਰ ਜਰਮੀਨੇਟ ਕਰਦੇ ਆ, ਸੋਇਲ 'ਚ ਜਰਮੀਨੇਟ ਕਰਕੇ ਇਹ ਬੈਸੀਡੀਓ ਸਪੋਰ ਬਣਾ ਲੈਂਦੇ ਆ ਅਤੇ ਬਾਏ ਵਿੰਡ ਜਿਹੜੇ ਹੈਗੇ ਆ ਇਹ ਬੈਸੀਡੀਓ ਸਪੋਰ ਬਰਬੇਰੀ ਪਲਾਂਟ ਨੂੰ ਰੀਚ ਕਰਨਗੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਵੀਟ 'ਤੇ ਤੁਹਾਨੂੰ ਦੋ ਤਰ੍ਹਾਂ ਦੇ ਸਪੋਰ ਮਿਲਦੇ ਆ ਪਕਸੀਨੀਆ ਦੇ, ਯੂਰੀਡੋ ਸਪੋਰ ਐਂਡ ਟਿਲਿਊਟੋ ਸਪੋਰ। ਸੋਇਲ ਦੇ ਵਿੱਚ ਤੁਹਾਨੂੰ ਬੈਸੀਡੀਓ ਸਪੋਰ ਮਿਲ ਰਿਹਾ ਐਂਡ ਬਰਬੇਰੀ ਪਲਾਂਟ 'ਤੇ ਤੁਹਾਨੂੰ ਪਿਕਨੀਡੀਓ ਸਪੋਰ ਐਂਡ ਐਸੀਡੀਓ ਸਪੋਰ ਦੋਨੋਂ ਮਿਲ ਰਹੇ ਆ।
ਤੇ ਬੈਸੀਡੀਓਸਪੋਰ ਤੇ ਪਿਕਨੀਡੀਓਸਪੋਰ ਜਿਹੜੇ ਹੈਗੇ ਉਹ ਯੂਨੀਸੈਲੂਲਰ ਹੁੰਦੇ ਆ, ਯੂਨੀਨਿਊਕਲੀਏਟ ਹੁੰਦੇ ਆ। ਫਿਰ ਟਲਿਊਟੋਸਪੋਰ ਜਿਹੜੇ ਹੈਗੇ ਇਹ ਬਾਈਸੈਲਡ ਹੁੰਦੇ ਆ ਤੇ ਈਚ ਸੈੱਲ ਕੰਟੇਨ ਡਾਈਕੈਰੀਓਨ। ਤਾਂ ਇਹ ਪੁੱਛਿਆ ਜਾ ਸਕਦਾ ਵੀ ਟੋਟਲ ਪਕਸੀਨੀਆ ਦੇ ਸਪੀਸੀਜ਼ ਦੇ ਵਿੱਚ ਜਿਹੜਾ ਹੈਗਾ ਯੂਨੀਸੈਲੂਲਰ ਯੂਨੀਨਿਊਕਲੀਏਟ ਜਿਹੜੇ ਸੈੱਲ ਮਿਲ ਰਹੇ ਆ ਉਹ ਕਿਹੜੇ ਕਿਹੜੇ ਹੈਗੇ ਆ, ਪਿਕਨੀਡੀਓਸਪੋਰ ਐਂਡ ਬੈਸੀਡੀਓਸਪੋਰ। ਟਲਿਊਟੋਸਪੋਰ ਜਿਹੜੇ ਹੈਗੇ ਬਾਈ ਸੈਲਡ ਸਟਰਕਚਰ ਹੈਗੇ ਆ। ਯੂਰੀਡੀਓਸਪੋਰ ਐਂਡ ਸੀਡੀਓਸਪੋਰ ਆਰ ਯੂਨੀਸੈਲੂਲਰ ਐਂਡ ਬਾਈਨਿਊਕਲੀਏਟ। ਸੋ ਇਹ ਵਾਲੇ ਫੀਚਰ ਜਿਹੜੇ ਹੈਗੇ ਆ ਤੁਸੀਂ ਕੀ ਕਰੋਗੇ, ਯਾਦ ਰੱਖੋਗੇ। ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ, ਇੱਥੇ ਤੁਸੀਂ ਦੇਖ ਸਕਦੇ ਹੋ ਇਹ ਯੂਰੀਡੀਓਸਪੋਰ ਹੈ, ਯੂਨੀਸੈਲੂਲਰ ਬਾਈਨਿਊਕਲੀਏਟ ਸਟਰਕਚਰ। ਟੈਲਿਊਟੋਸਪੋਰ ਮਲਟੀਸੈਲੂਲਰ ਜਾਂ ਬਾਈਸੈਲੂਲਰ ਐਂਡ ਬਾਈਨਿਊਕਲੀਏਟ ਸਟਰਕਚਰ ਹੈਗੀ ਹੈ। ਬੈਸੀਡੀਓਸਪੋਰ ਅਗੇਨ ਤੁਸੀਂ ਦੇਖੋਗੇ ਯੂਨੀਸੈਲੂਲਰ ਐਂਡ ਯੂਨੀਨਿਊਕਲੀਏਟ ਕੰਡੀਸ਼ਨ ਹੈਗੀ ਹੈ। ਪਿਕਨੀਅਲ ਕੱਪ ਜਿਹੜੇ ਹੈਗੇ ਆ, ਪਿਕਨੀਓਸਪੋਰ ਮਤਲਬ ਪਿਕਨੀਅਲ ਕੱਪ ਦੇ ਵਿੱਚ ਜਮ੍ਹਾਂ ਰਹਿੰਦੇ ਆ। ਐਸੀਡੀਅਲ ਕੱਪ ਦੇ ਵਿੱਚ ਐਸੀਡੀਓਸਪੋਰ ਜਿਹੜੇ ਹੈਗੇ ਆ ਜਮ੍ਹਾਂ ਰਹਿੰਦੇ ਆ। ਅਤੇ ਜੋ ਐਸੀਡੀਓਸਪੋਰ ਹੈ ਅਗੇਨ ਇਹ ਕੀ ਹੁੰਦੇ ਆ, ਮਲਟੀ ਨਿਊਕਲੀਅਰ ਸਟਰਕਚਰ ਹੁੰਦੇ ਆ ਜਾਂ ਡਾਈ ਨਿਊਕਲੀਅਰ ਸਟਰਕਚਰ ਹੁੰਦੇ ਆ। ਆਈ ਹੋਪ ਪਕਸੀਨੀਆ ਦਾ ਜਿਹੜਾ ਲਾਈਫ ਸਾਈਕਲ ਹੈ ਤੁਹਾਨੂੰ ਸਮਝ ਆ ਗਿਆ ਹੋਏਗਾ। ਹੁਣ ਅਗਰ ਆਪਾਂ ਗੱਲ ਕਰੀਏ ਨੈਕਸਟ ਦੀ, ਤਾਂ ਲਾਸਟ ਜੋ ਕਲਾਸ ਹੈਗੀ ਆ ਆਪਣੇ ਕੋਲ ਉਹ ਹੈਗੀ ਹੈ ਡਿਊਟੀਰੀਓਮਾਈਸੀਟੀਜ਼। ਡਿਊਟੀਰੀਓਮਾਈਸੀਟੀਜ਼ ਕਲਾਸ ਫੰਗਸ ਦੀ ਉਹ ਕਲਾਸ ਹੈ ਜਿਹਦੇ 'ਚ ਆਪਾਂ ਨੂੰ ਸੈਕਸ਼ੂਅਲ ਰਿਪਰੋਡਕਸ਼ਨ ਮੋਡ ਜਿਹੜੀ ਫੰਗਸ ਦਾ ਨਹੀਂ ਪਤਾ ਹੁੰਦਾ, ਆਪਾਂ ਉਸ ਫੰਗਸ ਨੂੰ ਡਿਊਟੀਰੀਓਮਾਈਸੀਟੀਜ਼ ਦੀ ਕੈਟਾਗਰੀ 'ਚ ਰੱਖ ਦਿੰਦੇ ਹਾਂ। So this class of fungi is called fungi imperfecti because sexual reproduction is entirely absent and the mycelium is mostly haploid ਹੁੰਦੀ ਹੈ, ਸੈਪਟੇਟ ਹੁੰਦੀ ਹੈ ਅਤੇ ਬ੍ਰਾਂਚਡ ਹੁੰਦੀ ਹੈ। ਜੋ ਰਿਪਰੋਡਕਸ਼ਨ ਹੈ ਇਹਨਾਂ ਦੇ ਵਿੱਚ ਇਹ ਸੈਕਸ਼ੂਅਲ ਕੋਨੀਡੀਆ ਦੇ ਥਰੂ ਜਿਹੜਾ ਹੈਗਾ ਹੁੰਦਾ, ਅਤੇ ਇਹ ਜਿਹੜੇ ਕੋਨੀਡੀਆ ਹੁੰਦੇ ਐਕਸੋਜੀਨੀਅਸਲੀ ਪ੍ਰੋਡਿਊਸ ਕਰਦੇ ਆ। ਓਈਡੀਆ ਹੋ ਗਿਆ, ਕਲਮਾਈਡੋਸਪੋਰ ਹੋ ਗਿਆ, ਇਹ ਵੀ ਇਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਫਿਰ ਉਸ ਤੋਂ ਬਾਅਦ ਨੈਕਸਟ ਅਗਰ ਦੇਖੀਏ ਤਾਂ ਇਹਨਾਂ ਦੇ ਵਿੱਚ ਏ ਸੈਕਸ਼ੂਅਲ ਫਰੂਟਿੰਗ ਬੋਡੀਜ਼ ਬਣਦੀਆਂ। ਇੱਥੇ ਇਹੀ ਚੀਜ਼ ਇੰਪੋਰਟੈਂਟ ਹੈ ਵੀ ਕਿਹੜੀਆਂ ਕਿਹੜੀਆਂ ਏ ਸੈਕਸ਼ੂਅਲ ਫਰੂਟਿੰਗ ਬੋਡੀ ਬਣਦੀਆਂ। ਤੋ ਸਭ ਤੋਂ ਪਹਿਲੇ ਆਤਾ ਹੈ ਕੋਰੀਨੀਅਮ। ਇਹਦੇ 'ਚ ਕੀ ਹੁੰਦਾ, ਕੋਨੀਡੀਓਫੋਰ ਜਿਹੜੇ ਹੈਗੇ ਆ, ਕੋਨੀਡੀਓਫੋਰ ਮਤਲਬ ਕੋਨੀਡੀਆ ਬੇਰਿੰਗ ਸਟਰਕਚਰ ਜਿਹੜੇ ਹੈਗੇ ਆ ਉਹ ਇੱਕ ਦੂਸਰੇ ਦੇ ਨਾਲ ਬੰਡਲ ਲਾਈਕ ਪੈਕਿੰਗ ਸ਼ੋ ਕਰਦੇ ਆ। ਐਂਡ ਅੱਪਰ ਸਾਈਡ ਤੋਂ ਇਹਨਾਂ ਦੇ ਜਿਹੜੇ ਟਿਪਸ ਹੈਗੇ ਆ ਉਹ ਫਰੀ ਹੁੰਦੇ ਆ ਜੋ ਕਿ ਬਣਾ ਦਿੰਦੇ ਆ ਕੋਨੀਡੀਆ, ਠੀਕ ਹੈ ਨਾ। ਐਂਡ ਇਹ ਕੀ ਹੈਗੇ ਕੋਨੀਡੀਆ ਕੀ ਹੈਗੇ, ਏ ਸੈਕਸ਼ੂਅਲ ਸਪੋਰ ਹੁੰਦੇ ਆ। ਫਿਰ ਉਸ ਤੋਂ ਬਾਅਦ ਸੈਕਿੰਡ ਜਿਹੜਾ ਹੈਗਾ ਆਪਣੇ ਕੋਲੇ ਉਹ ਹੈਗਾ ਸਪੋਰੋਡੋਚੀਅਮ। ਇੱਥੇ ਕੀ ਹੈ, ਹੈਮੀਸਫੈਰੀਕਲ ਜਾਂ ਬੈਰਲ ਸ਼ੇਪ ਜਿਵੇਂ ਦਾਤੀ ਹੁੰਦੀ ਹੈ ਉਸ ਤਰ੍ਹਾਂ ਬੈਰਲ ਸ਼ੇਪ ਜਿਹੜੇ ਏ ਸੈਕਸ਼ੂਅਲ ਫਰੂਟਿੰਗ ਬੋਡੀ ਜਿਹੜੇ ਹੈਗੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਇਟਸ ਲਾਈਕ ਮੈਕਰੋ ਕੋਨੀਡੀਆ ਐਂਡ ਸਪੋਰੋਡੋਚੀਅਮ। ਐਂਡ ਇਹ ਮਿਲਦਾ ਕਿਹੜੇ ਸਪੀਸੀਜ਼ ਦੇ ਵਿੱਚ ਹੈ, ਫਿਊਜ਼ੇਰੀਅਮ ਦੇ ਵਿੱਚ। ਫਿਰ ਉਸ ਤੋਂ ਬਾਅਦ ਨੈਕਸਟ ਅਗਰ ਆਪਾਂ ਦੇਖੀਏ ਤਾਂ ਥਰਡ ਜਿਹੜਾ ਹੈਗਾ ਅਗੇਨ ਕੀ ਹੈਗਾ, ਪਿਕਨੀਡੀਅਲ ਟਾਈਪ। ਪਿਕਨੀਡੀਅਲ ਮੈਂ ਤੁਹਾਨੂੰ ਦੱਸਿਆ ਪਿਕਨੀਡੀਆ ਮਤਲਬ ਫਲਾਸਕ ਸ਼ੇਪ, ਕੱਪ ਸ਼ੇਪ, ਠੀਕ ਹੈ ਨਾ। ਐਂਡ ਵਿਚ ਮੇ ਬੀ ਓਪਨ ਔਰ ਕਲੋਜ਼, ਮਤਲਬ ਤੁਹਾਡੇ ਕੋਲ ਏ ਸੈਕਸ਼ੂਅਲ ਫਰੂਟਿੰਗ ਬੋਡੀ ਹੋਏਗੀ ਜੋ ਕੱਪ ਸ਼ੇਪ ਹੋਏਗੀ ਜਾਂ ਫਲਾਸ ਸ਼ੇਪ ਹੋਏਗੀ, ਜੋ ਬੰਦ ਵੀ ਹੋ ਸਕਦੀ ਹੈ, ਕਲੋਜ਼ ਵੀ ਹੋ ਸਕਦੀ ਹੈ। ਅਗੇਨ ਇਹਦੀ ਜਿਹੜੀ ਓਪਨਿੰਗ ਹੈ, ਕਿਸੇ ਵੀ ਚੀਜ਼ ਦੀ ਓਪਨਿੰਗ ਨੂੰ ਆਪਾਂ ਕੀ ਕਹਿੰਦੇ, ਓਸਟੀਓਲ। ਓਸਟੀਓਲ ਇਹਨਾਂ ਦੇ ਵਿੱਚ ਆਪਾਂ ਨੂੰ ਪ੍ਰੈਜ਼ੈਂਟ ਮਿਲੇਗੀ। ਸੋ ਹੇਅਰ ਯੂ ਕੈਨ ਸੀ ਪਿਕਨੀਡੀਓਸਪੋਰ ਜਿਹੜੇ ਹੈਗੇ ਇੱਕ ਫਲਾਸਕ ਸ਼ੇਪ ਸਟਰਕਚਰ ਦੇ ਵਿੱਚੋਂ ਨਿਕਲ ਰਿਹਾ, ਓਸਟੀਓਲ ਦੇ ਵਿੱਚੋਂ ਨਿਕਲ ਰਿਹਾ, ਠੀਕ ਹੈ। ਫਿਰ ਉਸ ਤੋਂ ਬਾਅਦ ਫੋਰਥ ਟਾਈਪ ਆਫ ਏ ਸੈਕਸ਼ੂਅਲ ਬੋਡੀ ਜਿਹੜੀ ਆਪਾਂ ਨੂੰ ਮਿਲਦੀ ਹੈ ਉਹ ਹੈਗੀ ਹੈ ਐਸਰਵੁਲਸ। ਐਂਡ ਇਹ ਸੌਸਰ ਟਾਈਪ ਸਟਰਕਚਰ ਦੇ ਬਣੇ ਹੁੰਦੇ ਆ, ਮੈਟ ਲਾਈਕ ਹਾਈਫੇ ਹੁੰਦੇ ਆ ਉਹਨਾਂ ਤੋਂ ਬਣੇ ਹੁੰਦੇ ਆ ਇਹ। ਐਂਡ ਐਗਜ਼ਾਮਪਲ ਐਸਰਵੁਲਸ ਦੀ ਆਪਾਂ ਨੂੰ ਮਿਲ ਜਾਂਦੀ ਹੈ ਕੋਲੀਟੋਟਰਾਈਕਮ। ਸ਼ੂਗਰ ਕੇਨ ਦੇ ਵਿੱਚ ਇਨਫੈਕਸ਼ਨ ਕਰਦਾ ਇਹ। ਫਿਰ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਉਹ ਮਿਲੇਗਾ ਕੋਨੀਡੀਆ ਜਿਹੜੇ ਹੈਗੇ ਆ, ਜਨਰਲੀ ਆਪਾਂ ਨੂੰ ਕੋਨੀਡੀਓਫੋਰ 'ਤੇ ਦੇਖਣ ਨੂੰ ਮਿਲ ਸਕਦੇ ਆ ਕੋਨੀਡੀਅਲ ਸਪੋਰ ਜਿਹੜੇ ਹੈਗੇ ਆ। ਤਾਂ ਇਹ ਕੁਛ ਰਹੇ ਆਪਣੇ ਕੋਲ ਇਹਨਾਂ ਦੀ ਏ ਸੈਕਸ਼ੂਅਲ ਫਰੂਟਿੰਗ ਬੋਡੀ। ਫਿਰ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਇੰਪੋਰਟੈਂਟ ਜਨਰਾ ਦੀ, ਤਾਂ ਜੋ ਆਪਣੇ ਕੋਲ ਡਿਊਟੀਰੀਓਮਾਈਸੀਟੀਜ਼ ਹੈ ਉਹਦੇ 'ਚ ਸਭ ਤੋਂ ਪਹਿਲਾ ਜਿਹੜਾ ਇੰਪੋਰਟੈਂਟ ਜਨਰਾ ਹੈ ਉਹ ਹੈਗਾ ਫਿਊਜ਼ੇਰੀਅਮ ਆਕਸੀਸਪੋਰਮ, ਠੀਕ ਹੈ। ਫਿਊਜ਼ੇਰੀਅਮ ਆਕਸੀਸਪੋਰਮ ਜੋ ਹੈ ਇਹ ਦੋ ਤਰ੍ਹਾਂ ਦੇ ਸਪੋਰ ਬਣਾ ਦਿੰਦੇ, ਇੱਕ ਮਾਈਕਰੋਕੋਨੀਡੀਆ, ਇੱਕ ਮੈਕਰੋਕੋਨੀਡੀਆ। ਅਗੇਨ ਇਹਨਾਂ ਨੇ ਜੋ ਫਲੈਕਸ ਹੈ, ਕਾਟਨ ਪਲਾਂਟ ਹੈ, ਟੋਮੈਟੋ ਹੈ, ਉਹਨਾਂ ਨੂੰ ਇਹਨਾਂ ਨੇ ਹਾਰਮ ਕਰਨਾ ਹੁੰਦਾ ਅਤੇ ਇਹ ਵੈਸਕੂਲਰ ਪੈਰਾਸਾਈਟ ਹੈ, ਮਤਲਬ ਵੈਸਕੂਲਰ ਬੰਡਲ 'ਤੇ ਜਾ ਕੇ ਅਟੈਕ ਕਰੇਗਾ। ਫਿਰ ਉਸ ਤੋਂ ਬਾਅਦ ਆ ਗਿਆ ਨੈਕਸਟ ਜਿਹੜਾ ਹੈਗਾ ਆਪਣੇ ਕੋਲੇ ਅਲਟਰਨੇਰੀਆ ਸੋਲਾਨੀ। ਅਲਟਰਨੇਰੀਆ ਸੋਲਾਨੀ ਜੋ ਹੈ ਇਹ ਅਰਲੀ ਬਲਾਈਟ ਆਫ ਪੋਟੈਟੋ ਕਰਦਾ ਹੈ। ਇਟਸ ਵੈਰੀ ਇੰਪੋਰਟੈਂਟ ਸਪੀਸੀਜ਼ ਆਫ ਡਿਊਟੀਰੀਓਮਾਈਸੀਟੀਜ਼। ਇਹ ਸੈਕਸ਼ੂਅਲ ਰਿਪਰੋਡਕਸ਼ਨ ਹੁੰਦਾ ਇਹਦੇ 'ਚ, ਸਿਰਫ ਸੈਕਸ਼ੂਅਲ ਰਿਪਰੋਡਕਸ਼ਨ ਐਬਸੈਂਟ ਹੈ। ਫਿਰ ਉਸ ਤੋਂ ਬਾਅਦ ਆ ਗਿਆ ਦੂਸਰਾ ਜੋ ਸੈਕਿੰਡ ਮੋਸਟ ਇੰਪੋਰਟੈਂਟ ਜੋ ਸਪੀਸੀਜ਼ ਹੈ ਉਹ ਹੈਗਾ ਕ੍ਰੀਕੋਸਪੋਰਾ ਸਪੀਸੀਜ਼। ਇਹ ਲੀਫ ਸਪੌਟ ਡਿਜ਼ੀਜ਼ ਕਰ ਰਿਹਾ ਜਿਹਨੂੰ ਟਿੱਕਾ ਡਿਜ਼ੀਜ਼ ਵੀ ਕਹਿੰਦੇ ਐਂਡ ਦਿਸ ਟਿੱਕਾ ਡਿਜ਼ੀਜ਼ ਜਿਹੜੀ ਹੈਗੀ ਆ ਗਰਾਊਂਡਨਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਨੈਕਸਟ ਜੋ ਹੈ ਜੋ ਤੁਸੀਂ ਕਰਨਾ ਉਹ ਹੈਗਾ ਕੋਲੀਟੋਟਰਾਈਕਮ ਸਪੀਸੀਜ਼। ਇਹ ਜੋ ਹੈ ਰੈੱਡ ਰੋਟ ਆਫ ਸ਼ੂਗਰ ਕੇਨ ਕਰਦੇ ਆ ਐਂਡ ਡਾਈਬੈਕ ਡਿਜ਼ੀਜ਼ ਕਰਦੇ ਆ ਗ੍ਰੀਨ ਚਿੱਲੀ ਦੇ ਵਿੱਚ। ਐਂਡ ਐਂਥਰਾਕਨੋਜ਼ ਡਿਜ਼ੀਜ਼ ਜਿਹੜੀ ਹੈਗੀ ਆ ਮੈਂਗੋ ਦੇ ਵਿੱਚ ਕਾਜ਼ ਕਰਦੇ ਆ।
ਲਾਸਟ ਵਨ ਹੈਲਮਿੰਥੋਸਪੋਰੀਅਮ, ਜੋ ਬਹੁਤ ਇੰਪੋਰਟੈਂਟ ਹੈ, ਇਹ ਕਰੇਗਾ ਤੁਹਾਡੇ ਕੋਲ ਸੌਫਟ ਰੋਟ ਆਫ ਰਾਈਸ ਜਾਂ ਬਰਾਊਨ ਲੀਫ ਸਪੌਟ ਡਿਜ਼ੀਜ਼, ਰਾਈਸ ਦੇ ਵਿੱਚ ਕਰਦੇ ਆ। ਐਂਡ ਦਿਸ ਵਾਜ਼ ਦਾ ਰਿਸਪੋਂਸੀਬਲ ਫੋਰ ਬੰਗਾਲ ਫੈਮਾਈਨ, ਜੋ 1942-43 ਦੇ ਵਿੱਚ ਹੋਈ ਸੀਗੀ, ਜਿੱਥੇ 2 ਮਿਲੀਅਨ ਪੀਪਲ ਜਿਹੜੇ ਸੀਗੇ ਸਟਾਰਵੇਸ਼ਨ ਕਰਕੇ ਮਰ ਗਏ ਸੀ, ਕਿਉਂਕਿ ਰਾਈਸ ਦਾ ਜਿਹੜਾ ਹੈਗਾ ਹਿਊਜ ਅਮਾਊਂਟ ਦੇ ਵਿੱਚ ਕੀ ਹੋਇਆ ਸੀ, ਨੁਕਸਾਨ ਹੋਇਆ ਸੀ। ਸੋ ਆਪਾਂ ਦੋ ਤਰ੍ਹਾਂ ਦੇ ਫੈਮਾਈਨ, ਇੱਕ ਆਇਰਿਸ਼ ਫੈਮਾਈਨ ਬਾਰੇ ਪੜ੍ਹ ਕੇ ਆਏ, ਉਹਦਾ ਤੁਸੀਂ ਜਿਹੜਾ ਕਾਜ਼ੂਅਲ ਏਜੰਟ ਹੈਗਾ ਉਹ ਯਾਦ ਰੱਖਣਾ। ਇੱਕ ਜੋ ਹੈਗਾ ਆਪਣੇ ਕੋਲ ਬੰਗਾਲ ਫੈਮਾਈਨ ਹੈ, ਇਹਦਾ ਤੁਸੀਂ ਜੋ ਡਿਜ਼ੀਜ਼ ਕਾਜ਼ਿੰਗ ਏਜੰਟ ਹੈ ਉਹ ਯਾਦ ਰੱਖਣਾ। ਸੋ ਇਹ ਕੁਛ ਸਪੀਸੀਜ਼ ਸੀਗੇ ਡਿਊਟੀਰੋਮਾਈਸਿਟੀਜ਼ ਦੇ, ਜੋ ਕੀ ਕਰਦੇ ਆ, ਡਿਜ਼ੀਜ਼ ਕਾਜ਼ ਕਰਦੇ ਆ। ਫਿਰ ਇਸ ਤੋਂ ਇਲਾਵਾ ਡਰਮੈਟੋਫਾਈਟਸ ਹੁੰਦੇ ਆ, ਕੁਛ ਸਕਿਨ ਫੰਗੀ ਹੁੰਦੇ ਆ ਜੋ ਆਪਣੀ ਸਕਿਨ ਪ੍ਰੋਬਲਮ ਕਾਜ਼ ਕਰਦੇ ਆ, ਜਿਵੇਂ ਕਿ ਆ ਗਿਆ ਟੀਨੀਆ ਰੂਬਰਮ, ਇਹ ਐਥਲੀਟ ਫੁੱਟ ਡਿਜ਼ੀਜ਼ ਕਾਜ਼ ਕਰਦਾ ਹੈ। ਫਿਰ ਆ ਗਿਆ ਟਰਾਈਕੋਫਾਈਟੋਨ ਵੈਰੂਕੋਸਮ, ਇਹ ਰਿੰਗ ਵਾਰਮ ਆਫ ਬੀਅਰਡ ਜਾਂ ਬਾਰਬਰਸ ਇਚ ਜਿਹੜਾ ਹੈਗਾ ਉਹ ਕਰਦਾ ਹੈ। ਫਿਰ ਮਾਈਕਰੋਸਪੋਰੀਆ ਸਪੀਸੀਜ਼ ਜਿਹੜਾ ਹੈਗਾ, ਜਿਵੇਂ ਆਪਣੇ ਰਿੰਗ ਵਾਰਮ ਹੁੰਦੀ ਹੈ, ਠੀਕ ਹੈ, ਇਹਨੂੰ ਰਿੰਗ ਵਾਰਮ ਵੀ ਕਹਿੰਦੇ ਆ, ਸਕਾਰਪ ਦੇ ਵਿੱਚ ਰਿੰਗ ਲਾਈਕ ਸਟਰਕਚਰ ਬਣਾ ਦਿੰਦਾ ਹੈ। ਫਿਰ ਉਸ ਤੋਂ ਬਾਅਦ ਆ ਗਿਆ ਐਪੀਡਰਮੋਫਾਈਟਨ ਫਲੋਕੋਸਮ, ਇਹ ਜਿਹੜੀ ਹੈਗੀ ਆ ਆਪਣੇ ਕੋਲ ਵਾਸ਼ਰਮੈਨ ਇਚ ਬੋਲ ਦਿੰਦੇ ਆ, ਜਾਂ ਵੈਟ ਕਲੋਥ ਦੇ ਨਾਲ ਜਿਹੜਾ ਆਪਾਂ ਨੂੰ ਇਨਫੈਕਸ਼ਨ ਹੁੰਦਾ ਉਹ ਕਾਜ਼ ਕਰਦਾ ਹੈ। ਹੁਣ ਇਹਨਾਂ ਨੂੰ ਆਪਾਂ ਕਿਲ ਕਿਵੇਂ ਕਰ ਸਕਦੇ ਹਾਂ, ਫੰਗੀਸਾਈਡ ਜਿਹੜੇ ਹੈਗੇ, ਕਿਹੜੇ ਕੈਮੀਕਲ ਹੈਗੇ ਜਿਹੜੇ ਆਪਾਂ ਯੂਜ਼ ਕਰ ਸਕਦੇ ਆ, ਤਾਂ ਜਿਹੜੇ ਸਬਸਟਾਂਸ ਹੈ ਫੰਗੀ ਨੂੰ ਕਿਲ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ, ਉਹਨਾਂ ਨੂੰ ਫੰਗੀਸਾਈਡ ਆਖਿਆ ਜਾਂਦਾ ਹੈ। ਐਂਡ ਬੈਸਟ ਨੋਨ ਜੋ ਫੰਗਲ ਕੈਮੀਕਲ ਫੰਗੀਸਾਈਡ ਹੈਗਾ ਉਹ ਹੈਗਾ ਬੋਡੀਐਕਸ ਮਿਕਸਚਰ, ਠੀਕ ਹੈ। ਮਿਲਰਡਟ ਨੇ ਇਹ ਉਹ ਕੀਤਾ ਸੀਗਾ ਡਿਸਕਵਰ, ਅਤੇ ਇਹਦੇ 'ਚ ਹੁੰਦਾ ਕੀ ਕੁਛ ਹੈ, ਬੋਡੀਐਕਸ ਮਿਕਸਚਰ ਦੇ ਵਿੱਚ ਕਾਪਰ ਸਲਫੇਟ, ਕੈਲਸ਼ੀਅਮ ਹਾਈਡਰੋਕਸਾਈਡ ਐਂਡ ਡਿਸਟਿਲਡ ਵਾਟਰ ਹੁੰਦਾ ਹੈ। ਰੇਸ਼ੋ ਯਾਦ ਰੱਖਣਾ 4:4:50 ਜੋ ਹੈ ਮਿਲਦੀ ਹੈ ਆਪਾਂ ਨੂੰ। ਡਰਾਈ ਬੋਡੀਐਕਸ ਮਿਕਸਚਰ ਵੀ ਯੂਜ਼ ਕੀਤਾ ਜਾ ਸਕਦਾ ਹੈ। ਸੋ ਇਹ ਸੀਗਾ ਕੁਛ ਇੰਪੋਰਟੈਂਟ ਕਲਾਸੀਫਿਕੇਸ਼ਨ ਦੇ ਇਫੈਕਟ ਆਫ ਫੰਗੀ, ਐਂਡ ਪਲੱਸ ਆਪਾਂ ਇਹਦੇ ਫੰਗੀ ਦੀਆਂ ਸਾਰੀਆਂ ਕਲਾਸਿਸ ਪੜ੍ਹੀਆਂ, ਉਹ ਹਰੇਕ ਕਲਾਸ ਦੇ ਨਾਲ ਰਿਲੇਟਡ ਇੰਪੋਰਟੈਂਟ ਜੈਨਰਾ ਪੜ੍ਹੇ, ਅਤੇ ਉਹ ਜੈਨਰਾ ਕਿਹੜੀ ਡਿਜ਼ੀਜ਼ ਕਾਜ਼ ਕਰਦੇ ਆਪਾਂ ਇਹ ਪੜ੍ਹੇ। ਸੋ ਦਿਸ ਇਜ਼ ਆਲ ਅਬਾਊਟ ਮਾਈਕਰੋਬਾਇਓਲੋਜੀ, ਜੋ ਕਿਸੇ ਵੀ ਕੰਪੀਟੀਟਿਵ ਲੈਵਲ 'ਤੇ ਕੁਐਸਚਨ ਪੁੱਛੇ ਜਾ ਸਕਦੇ ਆ। ਧਿਆਨ ਨਾਲ ਪੜ੍ਹਨਾ। ਅਗਰ ਤੁਹਾਨੂੰ ਮੇਰੀ ਇਨਫੋਰਮੇਸ਼ਨ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਨਾ। ਥੈਂਕ ਯੂ।